ਫਗਵਾੜੇ ਦੇ ਲੋਕ ਜੇ ਭਰੋਸਾ ਕਰਨ ਤਾਂ ਕਿਉਂ ਕਰਨ ਤੁਹਾਡੇ ਤੇ? ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਮੁਕਾਬਲਾ ਤਰਲੋਚਨ ਨਾਲ ਹੋਣਾ, ਮੇਰਾ ਮੁਕਾਬਲਾ ਰਾਣੀ ਸੋਢੀ ਨਾਲ ਹੋਣਾ, ਮੇਰਾ ਮੁਕਾਬਲਾ ਧਾਰੀਵਾਲ ਨਾਲ ਹੋਣਾ। ਫਗਵਾੜੇ ਦੀ ਲੜਾਈ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਨੇ ਕਾਂਗਰਸੀ ਨੇ ਮੈਨੂੰ ਬੈਠੇ ਨੂੰ ਜਿਤਾ ਦੇਣੀ ਹੈ, ਮੈਨੂੰ ਲੜਨੇ ਦਾ ਸਵਾਦ ਹੀ ਨਹੀਂ ਆਉਂਦਾ। ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ 'ਚ ਗੜੀ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਦੀਆਂ ਚੀਕਾਂ ਸੀਟ ਲਈ ਸੁਣਾਉਣੀਆਂ ਨੇ। ਕੀ ਮਾਮਲਾ ਹੈ? ਕਾਂਗਰਸ ਨੇ ਪਿਛਲੇ 5 ਸਾਲ ਪੰਜਾਬੀਆਂ ਨਾਲ ਜਿੱਡਾ ਵੱਡਾ ਧੋਖਾ ਕੀਤਾ, ਪੰਜਾਬੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਦਾ ਜੇ ਬਦਲਾ ਸੀ ਨਾ ਲਿਆ ਤਾਂ ਹੋਰ ਕੌਣ ਲਏਗਾ? ਤੇ ਜਦੋਂ ਬਦਲਾ ਲੈਣਾ ਆ ਕਿਸੇ ਦੀ ਧੌਣ ਤੇ ਗੋਡਾ ਰੱਖਣਾ ਆ, ਚੀਕਾਂ ਤਾਂ ਜੀ ਨਿਕਲਣੀਆਂ ਹੀ ਜਾਂ ਫਿਰ ਉਹ ਇਟਲੀ ਪੁੱਜਣ ਚਾਹੇ ਉਹ ਦਿੱਲੀ ਪੁੱਜਣ। ਐਲਾਨ ਤੇ ਐਲਾਨ, ਐਲਾਨ ਤੇ ਐਲਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਐਲਾਨ, ਕਾਂਗਰਸ ਵੱਲੋਂ ਵੀ ਐਲਾਨ, ਆਮ ਆਦਮੀ ਪਾਰਟੀ ਦੇ ਵੱਲੋਂ ਵੀ ਐਲਾਨ। ਇੰਨੇ ਐਲਾਨ ਹੋ ਗਏ, ਪੰਜਾਬ ਦੀ ਜਨਤਾ ਕਹਿੰਦੀ ਕਿ ਜਾਈਏ ਕਿੱਧਰ ਨੂੰ? ਐਲਾਨ ਉਹ ਕਰਨੇ ਜਿਹੜੇ ਅਸੀਂ ਪੂਰੇ ਕਰ ਸਕੀਏ। ਚੰਨੀ ਸਾਹਿਬ ਨੇ ਦਿਨ ਨਵੇਂ ਐਲਾਨ ਕਰਦੇ ਆ, ਨਵੇਂ ਐਲਾਨ ਕਰਦੇ ਆ। ਇੱਕ ਮਤਭੇਦ ਉਹਨਾਂ ਦੀ ਪਾਰਟੀ 'ਚ ਨਜ਼ਰ ਆਉਂਦਾ। ਸਿੱਧੂ ਸਾਹਿਬ, ਚੰਨੀ ਸਾਹਿਬ ਐਲਾਨ ਕਰਦੇ ਆ, ਸਿੱਧੂ ਇੱਧਰੋਂ ਕੱਟ ਦਿੰਦੇ ਆ। ਕੀ ਲੱਗਦਾ ਕਿ ਇਹ ਦਲਿਤਾਂ ਦੀ ਸਰਕਾਰ ਚੱਲ ਰਹੀ? ਕਿ ਇਹਦਾ ਨਾਂ ਐਲਾਨ ਜੀਤ ਹੈ। ਉਹ ਕਹਿੰਦੇ ਜੀ ਮੈਂ ਵਿਸ਼ਵਾਸ ਜੀਤ ਹੈ, ਫਿਰ ਦੂਜੀ ਆਵਾਜ਼ ਆਉਂਦੀ ਕਹਿੰਦੇ ਨਹੀਂ ਵਿਸ਼ਵਾਸ ਘਾਤ ਜੀਤ ਹੈ। ਫਿਰ ਇੱਕ ਆਵਾਜ਼ ਆਉਂਦੀ ਆ ਵਿੱਚੋਂ ਹੀ ਪਾਰਟੀ ਦਿਓ ਇਹ ਬਿਆਨ ਲਾਉਂਦਾ ਆ ਕਿ ਜੀ ਮੈਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ 4 ਮਾਰਗੀ ਮਾਰਗ ਬਣਾਵਾਂਗਾ ਆਦਮਪੁਰ। ਉਹ ਜਿਹੜੇ 60 ਐਲਾਨ ਅਖਬਾਰ 'ਚ ਕੀਤੇ ਉਹਦੇ 'ਚ ਨਾਂ ਹੀ ਕਿਤੇ ਨਹੀਂ। ਕਾਂਗਰਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੇ ਚੀਫ ਮਿਨਿਸਟਰ ਬਾਰੇ ਪੰਜਾਬੀਆਂ ਨੂੰ ਅਗਾਹ ਕਰ ਰਿਹਾ ਕਿ ਸਾਡੇ ਵਾਲਾ ਸੀਐਮ ਲੋਲੀਪੌਪ ਦੇ ਰਿਹਾ। ਬਣਾਇਆ ਤਾਂ ਪੰਜਾਬ ਦਾ ਮੁੱਖ ਮੰਤਰੀ ਆ, ਲੇਕਿਨ ਘੁੰਮ ਇਹ ਇਦਾਂ ਰਿਹਾ ਪੰਜਾਬ 'ਚ ਕਿ ਦੁਆਬੇ ਦਾ ਹੀ ਮੁੱਖ ਮੰਤਰੀ ਆ। ਮੈਂ ਹਾਂ ਮਨਦੀਪ ਕੌਰ ਸੰਧੂ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਨੇ ਔਰ ਇਸੇ ਹੀ ਦੌਰਾਨ ਜੇਕਰ ਗੱਲ ਕੀਤੀ ਜਾਵੇ ਸਿਆਸੀ ਪਾਰਟੀਆਂ ਇਸ ਵੇਲੇ ਸਰਗਰਮ ਨਜ਼ਰ ਆ ਰਹੀਆਂ ਨੇ। ਤੋੜ ਵਿਛੋੜਾ ਵੀ ਜ਼ਰੂਰੀ ਹੈ ਔਰ ਹੋ ਵੀ ਰਿਹਾ ਹੈ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੀ ਪਾਰਟੀਆਂ 'ਚ ਜਾ ਰਹੇ ਨੇ, ਗੱਠਜੋੜ ਹੋ ਰਹੇ ਨੇ। ਗੱਠਜੋੜ ਇੱਕ ਐਸਾ ਹੁੰਦਾ ਹੈ 26 ਸਾਲਾਂ ਬਾਅਦ ਬਸਪਾ ਔਰ ਅਕਾਲੀ ਦਲ ਦਾ ਪਹਿਲਾ ਗੱਠਜੋੜ ਹੁੰਦਾ ਹੈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੀ ਕਾਂਸ਼ੀ ਰਾਮ ਨਾਲ, ਔਰ ਉਸ ਤੋਂ ਬਾਅਦ ਗੱਠਜੋੜ ਹੁੰਦਾ ਹੈ ਜਸਬੀਰ ਸਿੰਘ ਗੜੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਹੱਥ ਜਾ ਕੇ ਫੜਦੇ ਨੇ। ਔਰ ਅੱਜ ਸਾਡੇ ਨਾਲ ਤੇਜ ਤਰਾਰ ਆਗੂ ਜਸਬੀਰ ਗੜੀ ਮੌਜੂਦ ਹੈ। ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੇ ਸਵਾਲ ਪੁੱਛਣੇ ਨੇ, ਜਵਾਬ ਲੈਣੇ ਨੇ, ਕਿਉਂਕਿ ਸਾਡੇ ਨਾਲ ਨੇ ਜਨਤਾ ਦੀ ਨੁਮਾਇੰਦਗੀ ਕਰਨ ਦੇ ਲਈ ਹੁਣ ਉਹ ਅੱਗੇ ਵਧ ਰਹੇ ਨੇ, ਕਦਮ ਅੱਗੇ ਵਧਾ ਰਹੇ ਨੇ ਕਿ ਪੰਜਾਬ ਨੂੰ ਜਿੱਤਣਾ ਹੈ। ਸੋ ਕਿਸ ਤਰੀਕੇ ਨਾਲ ਪੰਜਾਬ ਨੂੰ ਜਿੱਤਣਗੇ, ਕੀ ਕੁਝ ਲੈ ਕੇ ਆਏ ਨੇ ਪੰਜਾਬ ਦੀ ਜਨਤਾ ਦੇ ਲਈ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨਦੀਪ ਜੀ। ਸਭ ਤੋਂ ਪਹਿਲਾ ਸਵਾਲ, ਕਿਸਾਨ ਅੰਦੋਲਨ ਫਤਿਹ ਹੋਇਆ ਹੈ, ਘਰ ਵਾਪਸੀ 11 ਤਰੀਕ ਨੂੰ ਹੋ ਰਹੀ ਹੈ ਔਰ ਕੀ ਲੱਗਦਾ ਹੈ ਕਿ ਸਿਆਸਤ ਇੱਕ ਨਵੇਂ ਦੌਰ ਦੀ ਨੀਂਹ ਰੱਖੇਗੀ, ਸਿਆਸੀ ਸਮੀਕਰਨ ਬਦਲਣਗੇ? ਕਿਸਾਨ ਅੰਦੋਲਨ ਦੀ ਜਿੱਤ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਸਮੁੱਚੇ ਕਿਸਾਨ ਭਾਈਚਾਰੇ ਨੂੰ, ਸਮੁੱਚੇ ਪੰਜਾਬੀਆਂ ਨੂੰ, ਦੇਸ਼ ਦੇ ਕਿਸਾਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਬਹੁਜਨ ਸਮਾਜ ਪਾਰਟੀ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ 2 ਮੈਂਬਰ ਪਾਰਲੀਮੈਂਟ ਤੋਂ ਬਾਹਰ ਖੜ ਕੇ ਉਹਨਾਂ ਨੇ ਪਿਛਲਾ ਜਿਹੜਾ ਸੈਸ਼ਨ ਹੈ ਕੰਮ ਰੋਕੂ ਮਤੇ ਲਿਆਂਦੇ ਔਰ ਬਾਹਰ ਖੜ ਕੇ ਪ੍ਰਦਰਸ਼ਨ ਕੀਤਾ, ਤਾਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਬਸਪਾ ਦੇ 14 ਮੈਂਬਰ ਪਾਰਲੀਮੈਂਟ, 10 ਲੋਕ ਸਭਾ ਦੇ, 4 ਰਾਜ ਸਭਾ ਦੇ ਔਰ 2 ਸ਼੍ਰੋਮਣੀ ਅਕਾਲੀ ਦਲ ਲੋਕ ਸਭਾ, 2 ਰਾਜ ਸਭਾ, 4 ਮੈਂਬਰ ਪਾਰਲੀਮੈਂਟਾਂ ਨੂੰ 18 ਕਰ ਦਿੱਤਾ। ਇਹ ਗੱਠਜੋੜ ਦੀ ਤਾਕਤ ਸੀ। ਅਸੀਂ ਕਿਸਾਨਾਂ ਨੂੰ ਵਧਾਈ ਦਿੰਦੇ ਹਾਂ। ਸਮੀਕਰਨ ਬਦਲਣਗੇ, ਸਿਆਸੀ ਸਮੀਕਰਨ? ਹਾਂ, ਬਿਲਕੁਲ ਸਮੀਕਰਨ ਬਦਲਣਗੇ। ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 2022 ਦੇ ਵਿੱਚ ਸੱਤਾ ਦੇ ਅੰਗੂਰ ਚੱਖਣ ਦੀ ਕੋਸ਼ਿਸ਼ ਕਰ ਰਹੀ ਸੀ, ਅੱਜ ਉਹ ਕਿਸਾਨ ਅੰਦੋਲਨ ਕਰਕੇ ਉਛਾਲਾ ਮਾਰ ਰਹੀ ਹੈ ਤੇ ਕਹਿ ਰਹੀ ਹੈ ਅੰਗੂਰ ਖੱਟੇ ਆ ਪੰਜਾਬ 'ਚ। ਅਕਾਲੀ ਦਲ ਦੀ ਪੁਰਾਣੀ ਸਾਥੀ ਰਹੀ ਹੈ ਬੀਜੇਪੀ ਔਰ ਲੱਗਦਾ ਹੈ ਕਿ ਹੁਣ ਰਲੇਵਾਂ ਸੰਭਾਵਨਾ ਹੋ ਸਕਦੀ, ਰਲੇਵਾਂ ਹੋਏਗਾ। ਐਕਸੈਪਟ ਕਰੋਗੇ ਜੇ ਉਹ ਆਉਣਗੇ ਇੱਧਰ? ਦੇਖੋ, ਪੰਜਾਬ ਦਾ ਮੁਹਾਵਰਾ ਆ ਜੀ, ਜੱਗ ਜੋੜੀਆਂ ਜਹਾਨ ਵਿੱਚ ਥੋੜੀਆਂ, ਨਰੜ ਬਥੇਰੇ। ਇਹ ਨਰੜ ਸਮਝੌਤਾ ਸੀ ਜਿਹੜਾ 1997 ਚ ਹੋਇਆ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਔਰ 10 ਗੁਰੂ ਸਾਹਿਬਾਨ ਤੇ ਉੱਤੇ ਚੱਲਣ ਵਾਲੀ ਪਾਰਟੀ ਆ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਆ ਜਿਹੜੀ RSS ਨਾਗਪੁਰ ਤੋਂ ਵੰਡ ਪਾਊ ਸ਼ਕਤੀਆਂ ਦੇ ਤਹਿਤ ਚੱਲਣ ਵਾਲੀ। ਇਹ ਉੱਤਰ ਦੱਖਣ ਦਾ ਸਮਝੌਤਾ ਸੀ। ਇਹ
ਇਹ ਉਹਨਾਂ ਜੋੜੀਆਂ 'ਚ ਆਉਂਦੀ ਸੀ ਜਿਨ੍ਹਾਂ ਨੂੰ ਪੰਜਾਬ 'ਚ ਨਰੜ ਕਿਹਾ ਜਾਂਦਾ। ਤੇ ਮੈਂ ਉਮੀਦ ਕਰਦਾ ਪੰਜਾਬੀ ਕਦੇ ਵੀ ਇਦਾਂ ਦੀ ਨਰੜ ਜੋੜੀ ਨੂੰ ਪਸੰਦ ਨਹੀਂ ਕਰਨਗੇ। ਔਰ ਜਿਹੜਾ ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਆ, ਇਹ ਵਿਚਾਰਧਾਰਾ ਦਾ ਸਮਝੌਤਾ ਆ। ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਸ਼ੀ ਰਾਮ ਜੀ ਨੇ ਗੁਰੂਆਂ ਮਹਾਪੁਰਸ਼ਾਂ ਦੀ ਬਾਣੀ ਦੇ ਆਧਾਰ ਤੇ ਜਿਹੜੀ ਇਹ ਪਾਰਟੀ ਖੜੀ ਕੀਤੀ ਸੀ। ਔਰ ਇਹ ਵੀ ਗੱਲ ਸੁਣਨੇ ਚਾਹੁੰਦੀ ਆ ਕਿ ਮਾਨਯਵਰ ਕਾਸ਼ੀ ਰਾਮ ਸਾਹਿਬ ਇਹ ਕਹਿੰਦੇ ਸੀ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਇਹ ਵੀ ਇੱਕ ਤੱਥ ਹੈ ਕਿ ਪਿਛਲੇ 1996 ਤੋਂ ਅਸੀਂ ਰਾਸ਼ਟਰੀ ਪਾਰਟੀਆਂ, ਨੈਸ਼ਨਲ ਪਾਰਟੀਆਂ, ਔਰ 4 ਵਾਰੀ ਅਸੀਂ ਉੱਤਰ ਪ੍ਰਦੇਸ਼ ਤੇ ਆਪਣਾ ਰਾਜ ਕੀਤਾ। ਔਰ ਭੈਣ ਕੁਮਾਰੀ ਮਾਇਆਵਤੀ ਜੀ 4 ਵਾਰੀ ਮੁੱਖ ਮੰਤਰੀ ਰਹੇ। ਦੇਸ਼ ਦਾ ਸਭ ਤੋਂ ਵੱਡਾ ਸੂਬਾ ਆ। ਅਸੀਂ ਕਦੇ ਵੀ ਆਪਣਾ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਇਸ ਕਰਕੇ ਜਿਹੜਾ ਇਹ ਸਮਝੌਤਾ ਹੋਇਆ ਦੋਹਾਂ ਪਾਰਟੀਆਂ ਦਾ, ਇਹ ਜਸਵੀਰ ਗੜੀ ਦੇ ਕਾਰਨ ਨਹੀਂ, ਇਹ ਭੈਣ ਕੁਮਾਰੀ ਮਾਇਆਵਤੀ ਜੀ ਦੇ ਕਾਰਨ ਹੋਇਆ। ਜਿਹੜੇ ਰਾਸ਼ਟਰੀ ਪ੍ਰਧਾਨ ਹੈ ਇਹ ਉਹਨਾਂ ਦੀ ਯੋਜਨਾਬੰਦੀ ਆ। ਮੈਂ ਤਾਂ ਬਹੁਜਨ ਸਮਾਜ ਪਾਰਟੀ ਦਾ ਛੋਟਾ ਜਿਹਾ ਵਰਕਰ ਹਾਂ, ਇਸ ਸ਼ਤਰੰਜ ਦੀ ਬਸਾਤ ਦਾ ਛੋਟਾ ਜਿਹਾ ਪਿਆਦਾ ਆ। ਔਰ ਮੈਂ ਵਧਾਈ ਦਿੰਦਾ ਪੰਜਾਬੀਆਂ ਨੂੰ ਕਿ ਗੁਰੂਆਂ ਦੀ ਸੋਚ ਦੇ ਆਧਾਰ ਤੇ ਦੋਹਾਂ ਪਾਰਟੀਆਂ ਦਾ ਗਠਬੰਧਨ ਇਹ ਜੱਗ ਜੋੜੀਆਂ ਜਹਾਨ ਉੱਤੇ ਥੋੜੀਆਂ ਵਾਲੀ ਗੱਲ ਹੈ ਜੀ। ਚੋਣ ਮੈਨੀਫੈਸਟੋ ਦੀ ਗੱਲ ਕੀਤੀ ਹੈ, ਅਕਾਲੀ ਦਲ ਨੇ ਜਿਹੜਾ 13 ਸੂਤਰੀ ਏਜੰਡਾ ਰੱਖਿਆ, ਉਸੇ ਸਾਂਝੇ ਚੋਣ ਮੈਨੀਫੈਸਟੋ ਚੱਲੋਗੇ ਜਾਂ ਕੋਈ ਵੱਖਰਾ ਬਣਾਓਗੇ? ਨਹੀਂ, ਜਿਹੜੇ ਉਹ 13 ਸੂਤਰ ਦਿੱਤੇ ਆ, ਅਸੀਂ ਬਾਬੇ ਨਾਨਕ ਦੀ ਇਹ ਗੱਲ ਮੋਦੀ ਖਾਨੇ ਤੇ ਬੈਠ ਕੇ ਬਾਬੇ ਨਾਨਕ ਨੇ ਲੋਕਾਂ ਦੇ ਭਲੇ ਦੇ ਲਈ ਉਸ ਮੋਦੀ ਖਾਨੇ ਨੂੰ, ਉਸ ਰਾਸ਼ਨ ਦੇ ਡਿਪੂ ਨੂੰ 13 ਦੇ ਉੱਤੇ ਸਾਰਾ ਕੁਝ ਤੋਲ ਦਿੱਤਾ। ਅਸੀਂ 13 ਸੂਤਰਾਂ ਦੀ ਜਿਹੜੀ ਸੰਕਲਪਨਾ ਕੀਤੀ ਉਹ ਸਿਹਤ, ਸਿੱਖਿਆ, ਰੁਜ਼ਗਾਰ ਦੇ ਆਧਾਰ ਤੇ ਕੀਤੀ। ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ, ਅੱਜ ਹਰ ਪੰਜਾਬੀ ਦਾ ਕਿਸੇ ਦਾ ਢਿੱਡ ਪਾੜਿਆ ਜਾ ਰਿਹਾ, ਕਿਸੇ ਦੀਆਂ ਕਿਡਨੀਆਂ, ਕਿਸੇ ਦੀਆਂ ਲੱਤਾਂ ਬਾਹਾਂ ਦੀਆਂ ਨਾੜਾਂ ਕੱਢ ਕੇ ਇੱਧਰ ਉੱਧਰ, ਕਿਸੇ ਨੂੰ ਕੈਂਸਰ। ਹਸਪਤਾਲਾਂ ਦੇ ਬਿੱਲ ਬਣਦੇ ਆ 70,000, 1,70,000, 3 ਲੱਖ ਰੁਪਈਆ, 10 ਲੱਖ ਰੁਪਈਆ। ਹਸਪੀਟਲਾਂ ਦਾ ਕੋਈ ਮੂੰਹ ਨਹੀਂ। ਅਸੀਂ 13 ਸੂਤਰਾਂ 'ਚ ਇੱਕ ਸੂਤਰ ਇਹ ਲਿਆਂਦਾ ਕਿ ਹਰ ਸਿਟੀਜ਼ਨ ਨੂੰ, ਪੰਜਾਬ ਦੇ ਹਰ ਸਿਟੀਜ਼ਨ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਦਾ ਇੰਸ਼ੋਰੈਂਸ ਕਵਰ ਦੇਾਂਗੇ। ਔਰ ਹਰ ਪੰਜਾਬੀ ਦਾ ਜਿਹੜੀ ਸਿਹਤ ਹੈ ਉਹ ਪੰਜਾਬੀ ਦੀ ਨਹੀਂ ਹੋਏਗੀ, ਉਹ ਸਾਡੀ ਹਕੂਮਤ ਦੀ ਹੋਏਗੀ। ਉਹਦੀ ਸਿਹਤ ਦੇ ਰਾਖੇ ਸਾਡੀ ਹਕੂਮਤ ਹੋਏਗੀ। ਸਿੱਖਿਆ ਦੇ ਮਾਮਲੇ 'ਚ ਅਸੀਂ ਇਹ ਕੀਤਾ ਕਿ ਹਰ ਪੰਜਾਬੀ ਅੱਜ ਧੀਆਂ ਪੁੱਤ ਹੈ ਉਹ ਵਿਦੇਸ਼ ਪੜ੍ਹਨਾ ਚਾਹੁੰਦੇ ਆ, ਆਈਲੈਟਸ ਕਰਨਾ ਚਾਹੁੰਦੇ ਆ। ਪਰਮ ਪੂਜਯ ਬਾਬਾ ਸਾਹਿਬ ਅੰਬੇਡਕਰ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਸੀ, ਉਹ ਵੀ ਵਿਦੇਸ਼ ਪੜ੍ਹ ਕੇ ਆਏ ਸੀ। ਉਹਨਾਂ ਨੇ ਬੜਾ ਅੱਛਾ ਸੰਵਿਧਾਨ ਦਿੱਤਾ ਜਿਹਦੇ ਨਾਲ ਜਾਤੀ ਭੇਦਭਾਵ ਘਟਿਆ, ਧਰਮ ਦਾ ਭੇਦਭਾਵ ਘਟਿਆ, ਲਿੰਗ ਦਾ ਭੇਦਭਾਵ ਘਟਿਆ, ਆਪਸ 'ਚ ਭਾਈਚਾਰਾ 1950 ਤੋਂ ਬਾਅਦ ਬਣਨਾ ਸ਼ੁਰੂ ਹੋਇਆ। ਨਹੀਂ ਤਾਂ ਕੋਈ ਗੁਰਦੁਆਰੇ, ਨਹੀਂ ਤਾਂ ਕੋਈ ਧਰਮ ਸਥਾਨਾਂ ਤੇ ਦਲਤਾਂ ਪਛੜਿਆਂ ਨੂੰ ਵੜਨ ਨਹੀਂ ਸੀ ਦਿੰਦਾ, ਸਕੂਲਾਂ 'ਚ ਨਹੀਂ ਸੀ ਵੜਨ ਦਿੰਦਾ। ਸੰਵਿਧਾਨ ਦੀ ਦੇਣ ਹੈ। ਜੇ ਇੱਕ ਅੰਬੇਡਕਰ ਵਿਦੇਸ਼ਾਂ ਦੀ ਧਰਤੀ ਤੋਂ ਪੜ੍ਹ ਕੇ ਆ ਕੇ ਏਡੀ ਵੱਡੀ ਭਾਰਤ 'ਚ ਕ੍ਰਾਂਤੀ ਕਰ ਸਕਦਾ, ਅਸੀਂ ਇਹ ਪਾਲਿਸੀ ਬਣਾਈ ਆ। ਪੰਜਾਬ ਦੇ ਧੀਆਂ ਪੁੱਤ ਵਿਦੇਸ਼ ਪੜ੍ਹਨਾ ਚਾਹੁੰਦੇ ਆ, ਮੌਕੇ ਤੇ ਆ ਕੇ ਆਈਲੈਟਸਾਂ ਹੋ ਗਈਆਂ, ਪੈਸਾ ਨਹੀਂ ਹੁੰਦਾ। ਅਸੀਂ ਪੰਜਾਬ ਦੇ ਧੀਆਂ ਪੁੱਤਾਂ ਦੀਆਂ ਸੱਧਰਾਂ ਕਿ ਉਹਨਾਂ ਨੂੰ ਬੇਮੇਲ ਜੋੜ ਕਰਕੇ ਜਾਂ ਬੈਂਕਾਂ ਦੇ ਕਰਜ਼ਾਈ ਹੋ ਕੇ ਜਾਂ ਲੇਲੜੀਆਂ ਕੱਢ ਕੇ ਪੈਸਾ ਪੂਰਾ ਕਰਦਾ ਪੰਜਾਬ ਦਾ ਮਾਂ ਪਿਓ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ। ਅਸੀਂ ਇਹ ਫੈਸਲਾ ਕੀਤਾ ਕਿ 10 ਲੱਖ ਰੁਪਏ ਤੱਕ ਦੀ ਸਹਾਇਤਾ ਜਿਹੜੀ ਕਰਜ਼ ਦੇ ਰੂਪ 'ਚ ਹੋਏਗੀ, ਲੇਕਿਨ ਵਿਆਜ ਨਹੀਂ ਲੱਗੇਗਾ। ਸਰਕਾਰ ਗਰੰਟਰ ਹੋਏਗੀ। ਹਰ ਧੀ ਪੁੱਤ ਪੰਜਾਬ ਦਾ ਪੜ੍ਹੇ ਔਰ ਵਿਦਵਾਨ ਆਵੇ। ਗੁਰੂਆਂ ਦੀ ਸੋਚ ਵਿਦਿਆ ਵਿਚਾਰੀ ਤੇ ਪਰਉਪਕਾਰੀ। ਗੁਰੂਆਂ ਦੀ ਸੋਚ ਸੀ ਗੁਰ ਪ੍ਰਸ਼ਾਦੀ ਵਿਦਿਆ ਵਿਚਾਰੇ, ਪੜ੍ਹ ਪਾਵੇ ਮਾਣ। ਗੁਰੂਆਂ ਦੀ ਸੋਚ ਸੀ ਮਾਧੋ ਅਵਿਦਿਆ ਹਿਤ ਕੀਨ, ਭਵਿਕ ਦੀਪ ਅਮਲੀਨ। ਪੰਜਾਬ ਪੜ੍ਹਿਆਂ ਦਾ ਹੋਵੇ, ਪੰਜਾਬ ਵਿਦਵਾਨਾਂ ਦਾ ਪੰਜਾਬ ਹੋਵੇ। ਅਸੀਂ ਸਿੱਖਿਆ ਦੇ ਮਾਮਲੇ 'ਚ ਕੀਤਾ। ਰੁਜ਼ਗਾਰ ਦੇ ਮਾਮਲੇ 'ਚ ਆਖਰੀ ਸੂਤਰ ਮੈਂ ਗੱਲ ਕਰ ਰਿਹਾ ਕਿ ਹਰ ਸਾਲ ਪੰਜਾਬ 'ਚ 20 ਲੱਖ ਮੁਲਾਜ਼ਮ ਸਰਕਾਰੀ ਰਿਟਾਇਰ ਹੋ ਜਾਂਦਾ। ਔਸਤ 2-2.5 ਲੱਖ ਮੁਲਾਜ਼ਮ ਹੋਆ। ਕਾਂਗਰਸ ਨੇ ਨਾਰਾ ਦਿੱਤਾ ਸੀ ਘਰ ਘਰ ਨੌਕਰੀ ਦੇਵਾਂਗੇ, ਲੇਕਿਨ ਘਰ ਘਰ ਨੌਕਰੀ ਮਾਨਯੋਗ ਮੁੱਖ ਮੰਤਰੀ ਚੰਨੀ ਸਾਹਿਬ ਬਿਆਨ ਦੇ ਰਹੇ ਆ ਕਿ 72 ਲੱਖ ਤਾਂ ਘਰ ਹੈ ਜੀ, ਪਰਿਵਾਰ ਹੈ। 72 ਲੱਖ ਨੌਕਰੀਆਂ ਸਰਕਾਰੀ ਕਿੱਦਾਂ ਦਿੱਤੀਆਂ ਜਾ ਸਕਦੀਆਂ? ਤੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ 20,000 ਰਿਟਾਇਰ ਹੋ ਰਿਹਾ, ਅਸੀਂ ਹਰ ਸਾਲ ਸਰਕਾਰੀ ਪੋਸਟਾਂ ਨਾਲ ਭਰਾਂਗੇ ਔਰ 5 ਸਾਲਾਂ 'ਚ 1 ਲੱਖ ਸਰਕਾਰੀ ਨੌਕਰੀ ਪੰਜਾਬ ਦੇ ਪੜ੍ਹੇ ਲਿਖੇ ਧੀਆਂ ਪੁੱਤਾਂ ਨੂੰ ਦੇਵਾਂਗੇ। ਔਰ ਨਾਲ ਅਸੀਂ ਇਹ ਫੈਸਲਾ ਕੀਤਾ ਕਿ ਪ੍ਰਾਈਵੇਟ ਰੋਜ਼ਗਾਰ 10 ਲੱਖ। ਅਸੀਂ ਜਦੋਂ ਪ੍ਰਾਈਵੇਟ ਰੋਜ਼ਗਾਰ ਦੇਖਦੇ ਹਾਂ ਤਾਂ ਪ੍ਰਾਈਵੇਟ ਰੋਜ਼ਗਾਰਾਂ ਦੇ ਜਿਹੜੇ ਸਿਰਮੌਰ ਸ਼ਖਸੀਅਤਾਂ ਨੇ ਦੇਸ਼ ਦੀਆਂ, ਉਹ ਟਾਟੇ ਨੇ, ਬਿਰਲੇ ਨੇ, ਅੰਬਾਨੀ ਨੇ, ਅਡਾਨੀ ਨੇ, ਪਰ ਪੰਜਾਬ 'ਚ ਕੋਈ ਨਹੀਂ ਜੰਮਿਆ। ਪੰਜਾਬ 'ਚੋਂ ਅੰਬਾਨੀ, ਅਡਾਨੀ, ਟਾਟੇ, ਬਿਰਲੇ ਜੰਮ ਸਕਣ ਇੱਦਾਂ ਦਾ ਮਾਹੌਲ ਨਹੀਂ ਹੈਗਾ। 47 ਦੇ ਵਿੱਚ ਪੰਜਾਬ ਤੋੜ ਦਿੱਤਾ। 60% ਪਾਕਿਸਤਾਨ ਨੂੰ ਚਲਾ ਗਿਆ, 40% ਇੱਥੇ। ਔਰ ਮਾਹੌਲ 10 ਲੱਖ ਬੰਦਾ ਸ਼ਹੀਦ ਹੋ ਗਿਆ। ਮਾਹੌਲ ਇੰਡਸਟਰੀ ਦਾ ਖਤਮ ਹੋ ਗਿਆ। 10 ਸਾਲ ਜਦੋਂ ਪੈਰਾਂ ਤੇ ਸੂਬਾ ਆਇਆ, ਇੱਥੇ ਪੰਜਾਬੀ ਸੂਬੇ ਵਾਲੇ ਮੋਰਚੇ ਲੱਗਣ ਲੱਗ ਪਏ। ਕਾਂਗਰਸ ਦੀ ਹਕੂਮਤ ਵਿੱਚ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਿੱਖ ਦੇ ਨਾਂ ਤੇ ਵੰਡ ਦਿੱਤਾ ਗਿਆ। ਇੰਡਸਟਰੀ ਭੱਜ ਗਈ। 1977 ਐਮਰਜੈਂਸੀ ਲੱਗੀ, ਇੰਡਸਟਰੀ ਭੱਜ ਗਈ। 84 ਦੇ ਵਿੱਚ ਕਾਲਾ ਦੌਰ ਆਇਆ ਔਰ 84 ਤੋਂ 94 ਤੱਕ ਚੱਲਿਆ 10 ਸਾਲ। ਇੰਡਸਟਰੀ ਭੱਜ ਗਈ ਪਹਾੜਾਂ ਨੂੰ ਭੱਜ ਗਈ।
ਕਦੇ ਕੋਈ ਉੱਤਰਾਖੰਡ ਚਲੇ ਗਈ, ਕਦੇ ਹਿਮਾਚਲ ਚਲੇ ਗਈ, ਕੋਈ ਜੰਮੂ ਕਸ਼ਮੀਰ ਚਲੇ ਗਈ। ਪੰਜਾਬ ਤੇ ਕਿੱਥੋਂ ਜੰਮਣੇ ਟਾਟੇ ਅੰਬਾਨੀ। ਅੱਜ ਜੇ ਮਾੜਾ ਮੋਟਾ ਸਾਹ ਆਇਆ ਸੀ, ਅੱਜ ਭਾਰਤੀ ਜਨਤਾ ਪਾਰਟੀ ਨੇ ਇੱਥੇ ਕਿਸਾਨ ਅੰਦੋਲਨ ਦਾ ਹਾਲਾਤ ਇਹੋ ਜਿਹੇ ਪੈਦਾ ਕੀਤੇ, ਇੰਡਸਟਰੀ ਭੱਜ ਗਈ। ਕੇਂਦਰ ਦੀ ਸਰਕਾਰ ਨੇ ਹਮੇਸ਼ਾ ਪੰਜਾਬ 'ਚ ਮਾਹੌਲ ਇਦਾਂ ਦਾ ਰੱਖਿਆ ਕਿ ਇੱਥੋਂ ਇੰਡਸਟਰੀਲਿਸਟ ਜੰਮਣੇ ਬੰਦ ਕਰਤੇ। ਅਸੀਂ ਇਹ ਫੈਸਲਾ ਕੀਤਾ ਕਿ 10 ਲੱਖ ਪ੍ਰਾਈਵੇਟ ਰੋਜ਼ਗਾਰ ਵੀ ਇੱਥੋਂ ਨਿਰਮਿਤ ਕਰਾਂਗੇ ਕਿ ਜਿੱਦਾਂ ਚਾਈਨਾ ਨੇ ਘਰ ਘਰ ਰੋਜ਼ਗਾਰ ਪੈਦਾ ਕੀਤਾ। ਚਾਈਨਾ ਦੀ ਅੱਜ ਬਣਿਆ ਸਮਾਨ ਗਰੀਬ ਦੀ ਕੁੱਲੀ ਤੋਂ ਲੈ ਕੇ ਰਾਜੇ ਦੇ ਮਹਿਲ ਤੱਕ ਮੇਡ ਇਨ ਚਾਈਨਾ ਪਿਆ। ਤੇ ਕਿਉਂ ਨਹੀਂ ਪੰਜਾਬ ਦਾ ਬਣਿਆ ਸਮਾਨ? ਪੰਜਾਬ 'ਚ 130 ਕਰੋੜ ਢਿੱਡ, ਦੇਸ਼ ਵਿੱਚ 130-40 ਕਰੋੜ ਢਿੱਡ ਹੈ ਖਾਣੇ ਵਾਲੇ। 130-40 ਕਰੋੜ ਦੀ ਆਬਾਦੀ ਆ। ਪੰਜਾਬ ਕਣਕ ਇਹ ਉਗਾਉਂਦਾ, ਮੱਕੀ ਇਹ ਉਗਾਉਂਦਾ, ਗੰਨਾ ਇਹ ਉਗਾਉਂਦਾ, ਹਰ ਚੀਜ਼ ਇੱਥੇ ਉੱਗਦੀ। ਗੰਨੇ ਇੱਥੇ ਤਾਂ ਖਿੱਲਾਂ ਬਣਾ ਕੇ ਮੱਕੀ ਦੀਆਂ 5 ਰੁਪਏ ਦੀ ਕਿਸਾਨ ਦੀ ਛੱਲੀ ਜੇ ਰਿਲਾਇੰਸ ਦੇ ਸ਼ੋਰੂਮ 'ਚ 45 ਤੋਂ 75 ਰੁਪਏ ਦੀ ਵਿਕ ਸਕਦੀ ਆ, ਉਸੇ ਹੀ ਕਿਸਾਨ ਨੂੰ ਨਾਲ ਛੋਟੀ ਇੰਡਸਟਰੀ ਲਾ ਕੇ ਦਿੱਤੀ ਜਾਵੇ ਤੇ ਉਹ ਪੌਪਕੌਰਨ ਬਣਾ ਕੇ ਕਿੱਥੇ ਨਹੀਂ ਭੇਜ ਸਕਦਾ। ਜਿਸ ਕਿਸਾਨ ਦਾ ਆਲੂ ਕੁਚਲਿਆ ਜਾ ਰਿਹਾ, ਰੁਲਦਾ ਆ, ਉਹ 10 ਆਲੂ ਕਿਲੋ 'ਚ 10 ਆਲੂ ਜੜ ਜਾਂਦੇ ਆ। ਤੇ ਇੱਕ ਆਲੂ ਦਾ ਇੱਕ ਚਿਪਸ ਦਾ ਪੈਕਟ 10 ਰੁਪਏ ਦਾ ਬਣਦਾ, ਤੇ 10 ਰੁਪਏ ਦਾ ਤੇ ਕਿਲੋ ਆਲੂ 1 ਰੁਪਏ 2 ਰੁਪਏ ਚਿਪਸ ਬਣ ਗਿਆ, ਉਹ 10 ਪੈਕਟ 100 ਰੁਪਏ ਦੇ। ਤੇ ਪੰਜਾਬ ਦੇ 140 ਕਰੋੜ ਲੋਕਾਂ ਤੱਕ ਕੀ ਭੇਜਣੇ? ਇਹ ਸ਼ੁਰੂ ਤੋਂ ਹੀ ਹੁੰਦਾ ਆ, ਇਹ ਤਾਂ ਸ਼ੁਰੂ ਤੋਂ ਹੁੰਦਾ ਆ। ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹੀਆਂ, ਕਦੀ ਕੋਈ ਆਈ, ਕਦੀ 5 ਸਾਲ ਬਾਅਦ ਕੋਈ ਆਈ, ਪਰ ਉਦੋਂ ਕਿਉਂ ਤੱਕ ਇਹ ਮੁੱਦੇ ਕਿਉਂ ਨਹੀਂ ਚੁੱਕੇ ਗਏ ਕਿ ਭਾਈ ਪੰਜਾਬ ਦੇ ਕਿਸਾਨ ਤਾਂ ਸ਼ੁਰੂ ਤੋਂ ਕਰਜ਼ਾਈ ਨੇ? ਬਹੁਜਨ ਸਮਾਜ ਪਾਰਟੀ ਆਮ ਲੋਕਾਂ ਦੀ ਪਾਰਟੀ ਆ। ਬਹੁਜਨ ਸਮਾਜ ਪਾਰਟੀ ਗਰੀਬਾਂ ਦੀ ਪਾਰਟੀ ਆ। ਬਹੁਜਨ ਸਮਾਜ ਪਾਰਟੀ ਨਿਮਾਣੇ, ਨਿਆਸਰੇ, ਨਿਉਟੇ, ਨਪੱਤੇ, ਘਰੇ ਨਿਧੇਰੇ ਦੀ ਗੱਲ ਕਰਨ ਵਾਲੀ ਪਾਰਟੀ ਆ। ਦੇਸ਼ ਦੇ ਵਿੱਚ ਨਿਮਾਣਾ, ਨਿਆਸਰਾ, ਨਿਉਟਾ, ਨਪੱਤਾ ਕੌਣ ਹੈ? ਹਰ ਜਾਤੀ 'ਚ ਗਰੀਬ ਨੇ, ਹਰ ਧਰਮ 'ਚ ਗਰੀਬ ਨੇ। ਚਾਹੇ ਉਹ ਕਿਸਾਨ ਹੈ, ਚਾਹੇ ਦਲਿਤ ਹੈ, ਚਾਹੇ ਪਛੜੇ ਆ, ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਆ। ਉਹਨਾਂ ਦੀ ਅਪਲਿਫਟਮੈਂਟ ਕਿੱਦਾਂ ਹੋਣੀ ਆ, ਉਹਨਾਂ ਦੀ ਡਿਵੈਲਪਮੈਂਟ ਕਿੱਦਾਂ ਹੋਣੀ ਹੈ? ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਸ਼ੀ ਰਾਮ ਜੀ ਔਰ ਇਸ ਸੋਚ ਦੇ ਵਿਚਾਰਧਾਰਾ ਦੇ ਆਧਾਰਭੂਤ ਜਿਹੜੇ ਸ਼ਖਸੀਅਤ ਹੈ ਬਾਬਾ ਸਾਹਿਬ ਅੰਬੇਡਕਰ, ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਸੁਣਦੇ ਆ, ਸਾਨੂੰ ਇਹ ਰਸਤੇ ਲੱਭਦੇ ਆ। ਅਸੀਂ ਇਹ ਪੰਜਾਬ 'ਚ ਲਾਗੂ ਕਰਨੇ ਚਾਹੁੰਦੇ ਹਾਂ। ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਬੱਚੇ ਨੇ, ਬਹੁਤ ਸਾਰੇ ਜਿਹੜੇ ਜਨਰਲ ਵਰਗ ਦੀ ਗੱਲ ਕਰ ਲੈਂਦੇ ਆ, ਤਾਂ ਬੜੇ ਕਿਸਾਨ ਜਿਹੜੇ ਜਨਰਲ ਵਰਗ ਦੇ ਨੇ ਉਹ ਕਹਿਣ ਨੂੰ ਤਾਂ ਹੁੰਦੇ ਕਿ ਜਨਰਲ ਕੈਟਾਗਰੀ ਦੇ ਨੇ, ਪਰ ਬਾਅਦ ਵਿੱਚ ਜੇਕਰ ਗੱਲ ਕਰੀਏ ਉਹਨਾਂ ਦੇ ਆਰਥਿਕ ਪੱਖਾਂ ਦੀ ਗੱਲ ਕਰ ਲੈਣੇ, ਬੜੇ ਕਮਜ਼ੋਰ ਹੁੰਦੇ ਨੇ। ਬੱਚਿਆਂ ਨੂੰ ਤਾਂ ਕਰਜ਼ੇ ਲੈ ਪੜ੍ਹਾਉਂਦੇ ਨੇ, ਲੋਨ ਲੈ ਜਾਂਦੇ ਨੇ ਬੈਂਕਾਂ ਤੋਂ। ਜੀ ਜਵਾਬ ਚਾਹੀਦਾ। ਹਾਂ, ਦੇਖੋ ਮੈਂ ਫਿਰ ਬੇਨਤੀ ਕਰਦਾ ਕਿ ਜਿਹੜਾ ਨੌਕਰੀਆਂ 100 ਨਿਕਲਦੀਆਂ, ਹਰ ਦੇਸ਼ ਦੇ ਵਿੱਚ ਹਰ ਵਰਗ ਦੀ ਇੱਕ ਪਾਪੂਲੇਸ਼ਨ ਹੈ। ਦੇਸ਼ ਹਜ਼ਾਰਾਂ ਸਾਲਾਂ ਤੋਂ ਵੰਡਿਆ ਗਿਆ, ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ, ਅਛੂਤ। ਔਰ ਅਛੂਤ ਜਿਹੜਾ ਆ ਉਹਨੂੰ ਅੱਜ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕਹਿੰਦੇ ਆ। ਦੇਸ਼ ਵਿੱਚ ਐਸਸੀ ਦੀ ਆਬਾਦੀ 16.4% ਹੈ 2011 ਦੀ ਮਰਦਮਸ਼ੁਮਾਰੀ। OBC ਦੀ ਆਬਾਦੀ 52% ਹੈ। ਜਿਹੜਾ 16% ਆਬਾਦੀ ਆ ਉਹਨੂੰ 15% ਨੌਕਰੀਆਂ ਮਿਲਦੀਆਂ। ਜਿਹਦੀ 52% ਆਬਾਦੀ ਆ ਉਹਨੂੰ ਦੇਸ਼ ਵਿੱਚ 27.5 ਔਰ ਪੰਜਾਬ 'ਚ 10% ਮਿਲਦੀ ਆ। 10%, 15 ਤੇ 10 25, 15 ਤੇ 27 ਪਾ ਲਓ ਔਰ 7.5 ST ਦਾ ਪਾ ਲਓ, 50% ਬਚਦਾ। ਉੱਪਰ ਜਿਹੜੀ ਪਾਪੂਲੇਸ਼ਨ ਹੈ ਉਹ 25% ਬਚਦੀ ਹੈ ਤੇ 25% ਨੂੰ 50% ਨੌਕਰੀਆਂ ਮਿਲ ਰਹੀਆਂ ਆ। 50% ਨੌਕਰੀਆਂ ਮਿਲ ਰਹੀਆਂ ਜੀ, ਤਾਂ ਬਹੁਤ ਹੈਗਾ। ਗਰਾਊਂਡ 'ਚ ਉਤਰੇ ਹੋਏ ਹੋ, ਰੈਲੀਆਂ ਕਰ ਰਹੇ ਹੋ, ਵੱਡੇ ਵੱਡੇ ਇਕੱਠ ਹੋ ਰਹੇ ਨੇ, ਕੀ ਲੱਗਦਾ ਹੈ ਕਿ ਇੰਨਾ ਜਿਹੜਾ ਵੱਡਾ ਇਕੱਠ ਹੁਣ ਰੈਲੀਆਂ ਸਾਨੂੰ ਦਿਖ ਰਿਹਾ ਹੈ, ਇਹ ਵੋਟ 'ਚ ਤਬਦੀਲ ਹੋਏਗਾ? ਹਾਂ, ਵਾਈ ਨਾਟ ਜੀ। ਕ੍ਰਾਂਤੀ ਜਿਹੜੀ ਆ, ਅੰਦੋਲਨ ਜਿਹੜੇ ਆ, ਉਹੀ ਤਾਂ ਰਿਜ਼ਲਟ ਲਿਆਉਂਦੀ ਆ। ਜਿਹੜੇ ਐਡੀ ਵੱਡੀਆਂ ਰੈਲੀਆਂ ਹੋ ਰਹੀਆਂ ਉਹ ਕਿਹੜੇ ਕਿਰਾਏ ਦੀਆਂ ਭੀੜਾਂ ਜੀ। ਹਰ ਪਾਰਟੀ ਦੇ ਵਰਕਰ ਕੇਡਰ ਜਿਹੜੇ ਆ ਘਰ ਘਰ ਘੁੰਮਦੇ ਆ, ਗਲੀ ਘੁੰਮਦੇ ਆ, ਚੌਂਕ ਮੁਹੱਲਿਆਂ 'ਚ ਮੀਟਿੰਗਾਂ ਲੈਂਦੇ ਆ। ਮੀਟਿੰਗਾਂ ਲੈਣ ਤੋਂ ਬਾਅਦ ਉਹਨਾਂ ਨੂੰ ਮੋਬਿਲਾਈਜ਼ ਕਰਦੇ ਆ। ਫਿਰ ਉਹ ਮੋਬਿਲਾਈਜ਼ ਹੋਈ ਉਹ ਭੀੜ ਆਪਣੀ ਗੱਡੀ ਬਣਾਉਂਦੀ ਆ, ਆਪਣੀ ਗੱਡੀ ਕਿਰਾਏ ਤੇ ਲੈਂਦੀ ਆ, ਆਪਣੀ ਗੱਡੀ ਆਪਣੇ ਸਾਧਨ ਕਰਕੇ ਰੈਲੀਆਂ 'ਚ ਪੁੱਜਦੇ ਨੇ। ਔਰ ਉਹਨਾਂ ਦਾ ਪੁੱਜਣ ਦਾ ਮਤਲਬ ਕੀ ਆ ਕਿ ਅਸੀਂ ਜੀ ਤੁਹਾਡੇ ਨਾਲ ਖੜੇ ਆ, ਅਸੀਂ ਜੀ ਤੁਹਾਨੂੰ ਵੋਟ ਪਾਵਾਂਗੇ। ਪਿਛਲੇ 2017 ਤੋਂ ਬਾਅਦ ਜੇ ਆਪਾਂ ਇਹ 4 5 ਸਾਲਾਂ ਦਾ ਐਨਾਲਿਸਿਸ ਕਰੀਏ, ਇੱਕੋ ਹੀ ਇੱਕ ਪਾਰਟੀ ਆ ਜਿਹੜੀ, ਇੱਕੋ ਹੀ ਇੱਕ ਦਲ ਹੈ ਜਿਹਨੂੰ ਗੱਠਜੋੜ ਕਹਿੰਦੇ ਆ, ਜਿਹੜਾ ਗੱਠਜੋੜ ਤੋਂ ਬਾਅਦ ਲਗਾਤਾਰ ਵੱਡੇ ਇਕੱਠ ਕਰ ਰਿਹਾ, ਉਹ ਬਸਪਾ ਸ਼੍ਰੋਮਣੀ ਅਕਾਲੀ ਦਲ ਹੈ। ਇਹ ਵੱਡੇ ਇਕੱਠ ਦੱਸ ਰਹੇ ਆ ਕਿ ਪੰਜਾਬ ਦਾ ਮਾਹੌਲ ਇੱਕ ਮੁੜ ਚੁੱਕਾ ਆ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲ।
ਤੁਸੀਂ ਉਤਰੇ ਹੋਏ ਹੋ ਹੁਣ ਜਿੱਥੋਂ ਫਗਵਾੜੇ ਨੂੰ ਹੀ ਪਹਿਲੇ ਗੱਲ ਚੁਣਿਆ ਕਿਉਂ, ਕਿਉਂਕਿ ਫਗਵਾੜੇ 'ਚ ਮੌਜੂਦਾ ਵਿਧਾਇਕ ਨੇ ਬਲਵਿੰਦਰ ਧਾਲੀਵਾਲ, ਉਹਨਾਂ ਤੇ ਘਪਲੇ ਦੇ ਇਲਜ਼ਾਮ ਵੀ ਲੱਗੇ ਨੇ ਔਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਜਿਹੜੇ ਤੇ ਉਹਦੇ ਇਲਜ਼ਾਮ ਲੱਗੇ ਨੇ, ਉਹ ਵਿੱਚ ਸਾਧੂ ਸਿੰਘ ਧਰਮਸੋਤ ਨਾਲ ਹੈਗਾ ਉਹਨਾਂ ਦਾ ਵੀ ਹੱਥ ਕਿਹਾ ਜਾ ਰਿਹਾ ਹੈ। ਤਾਂ ਕੀ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਸਾਖ ਹੈ ਹੁਣ ਉਹ ਕਮਜ਼ੋਰ ਹੋ ਗਈ ਹੈ, ਫਗਵਾੜਾ ਤਾਂ ਚੁਣਿਆ, ਫਗਵਾੜੇ ਦੇ ਲੋਕ ਜੇ ਭਰੋਸਾ ਕਰਨ ਤਾਂ ਕਿਉਂ ਕਰਨ ਤੁਹਾਡੇ ਤੇ? ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦਾ ਹੁਕਮ, ਨੈਸ਼ਨਲ ਪਾਰਟੀਆਂ ਦਾ ਹੁਕਮ ਜਦੋਂ ਆਉਂਦਾ, ਸਟੇਟ ਪ੍ਰੈਜ਼ੀਡੈਂਟ ਦੀਆਂ ਤਾਂ 117 ਸੀਟਾਂ ਹੀ ਹੁੰਦੀਆਂ, ਉਹ ਕਿਸੇ ਵੀ ਸੀਟ ਤੋਂ ਲੜ ਸਕਦਾ। ਤੇ ਭੈਣ ਜੀ ਦਾ ਹੁਕਮ ਆਇਆ ਫਗਵਾੜੇ ਤੋਂ ਲੜੋ, ਮੈਂ ਫਗਵਾੜੇ ਤੋਂ ਤਿਆਰੀ ਕਰ ਲਈ। ਹਾਲਾਂਕਿ ਮੈਂ 117 ਨੂੰ ਬਰਾਬਰ ਦਾ ਸਮਾਂ ਦਿੱਤਾ ਸੀ, ਲੇਕਿਨ ਆਪਣੇ ਸੈਨਾਪਤੀ ਦਾ ਹੁਕਮ ਮੰਨਣਾ ਮੇਰੀ ਮੋਰਲ ਡਿਊਟੀ ਆ। ਔਰ ਰਹੀ ਗੱਲ ਧਾਰੀਵਾਲ ਜੀ ਜਾਂ ਇਹਨਾਂ ਦੇ ਘਪਲਿਆਂ ਦੀ, ਇਹ ਬੱਚਾ ਪੰਜਾਬ ਦਾ ਜਾਣਦਾ। ਧਾਰੀਵਾਲ ਸਾਹਿਬ ਔਰ ਧਾਰੀਵਾਲ ਸਾਹਿਬ ਦਾ ਟੱਬਰ ਜੋ ਫਗਵਾੜੇ 'ਚ ਜਿਸ ਤਰੀਕੇ ਨਾਲ ਚੱਲ ਰਹੀ ਆ ਲੁੱਟ ਮਾਰ, ਥਾਣੇ SHO ਠੇਕੇ ਤੇ, ਥਾਣੇ BDPO ਠੇਕੇ ਤੇ, ਹਰ ਚੀਜ਼ ਦਾ ਉਹਨਾਂ ਨੇ ਮਹੀਨਾ ਹਫਤਾਵਾਰ ਬੰਨ੍ਹਿਆ ਹੋਇਆ ਔਰ ਉਹਨੂੰ ਅਸੀਂ ਖਤਮ ਕਰਾਂਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਜਿੰਨਾ ਘਪਲਾ ਧਾਰੀਵਾਲ ਜੀ ਦੇ ਡਾਇਰੈਕਟਰ ਹੁੰਦੇ ਹੋਏ ਜਿਸ ਤਰੀਕੇ ਨਾਲ ਉੱਥੇ ਦੀਆਂ ਕਨਸੋਆਂ ਨੇ ਔਰ ਸਾਧੂ ਸਿੰਘ ਧਰਮਸੋਤ ਜੀ ਦੇ ਨਾਲ ਹੈ, ਉਹਨੂੰ ਵਿਚਾਰੇ ਨੂੰ ਟਿਕਟ ਨਹੀਂ ਮਿਲਣੀ, ਟਿਕਟ ਨਹੀਂ ਮਿਲਣੀ। ਅੱਜ ਵੀ ਤੁਸੀਂ ਦੇਖੋ ਉੱਥੇ ਕਾਂਗਰਸ ਨੇ ਤਾਂ ਧਾਰੀਵਾਲ ਸਾਹਿਬ ਨੂੰ ਰਗੜਨ ਦੇ ਲਈ ਖੁਦ ਉੱਥੇ ਰਾਣੀ ਸੋਢੀ ਜੀ ਮਹਿਲਾ ਵਿੰਗ ਦੀ ਪ੍ਰੈਜ਼ੀਡੈਂਟ ਲਾਈ। ਉੱਥੋਂ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਜੋਗਿੰਦਰ ਸਿੰਘ ਮਾਨ ਜੀ ਨੂੰ ਉਹਨਾਂ ਨੇ ਕੈਬਨਿਟ ਰੈਂਕ ਦੇ ਦਿੱਤਾ ਹੈ। ਔਰ ਤੀਜਾ ਤਰਲੋਚਨ ਸੂੰਢ ਜੀ ਆ ਸਾਡੇ ਬੰਗਿਆਂ ਤੋਂ ਸਾਬਕਾ MLA, ਉਹ ਵਿਚਾਰਾ ਅੱਜ ਵੀ ਪਿੰਡਾਂ ਵਿੱਚ, ਮੈਂ ਹੁਣ ਘੁੰਮ ਕੇ ਆਇਆ, ਮੈਂ ਵੀ ਪਿੰਡਾਂ 'ਚ, ਤਾਂ ਉੱਥੇ ਪਿੰਡਾਂ 'ਚ ਮੀਟਿੰਗਾਂ ਕਰਦਾ ਫਿਰਦਾ ਤੇ ਇਕੱਲੇ ਨੂੰ ਕਹਿਣ ਡਿਆ ਕਿ MLA ਮੈਂ ਆ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਮੁਕਾਬਲਾ ਤਰਲੋਚਨ ਨਾਲ ਹੋਣਾ, ਮੇਰਾ ਮੁਕਾਬਲਾ ਰਾਣੀ ਸੋਢੀ ਨਾਲ ਹੋਣਾ, ਮੇਰਾ ਮੁਕਾਬਲਾ ਧਾਰੀਵਾਲ ਨਾਲ ਹੋਣਾ, ਮਤਲਬ ਮੇਰਾ ਮੁਕਾਬਲਾ ਹੋਣਾ ਮਾਨ ਨਾਲ ਹੋਣਾ, ਜੋਗਿੰਦਰ ਮਾਨ। ਕਿਉਂਕਿ ਕੱਲ ਉਹਦੇ ਜਿਹੜੇ ਸੱਜੇ ਖੱਬੇ ਵਾਲੇ ਉਹ ਵੀਡੀਓ ਲਾਈ ਪਾ ਰਹੇ ਯੂਥ ਸੰਮੇਲਨ ਕਿ ਅਸੀਂ ਅਗਲਾ MLA ਜੋਗਿੰਦਰ ਮਾਨ ਨੂੰ ਬਣਾਉਣਾ। ਤਾਂ ਫਗਵਾੜੇ ਦੀ ਲੜਾਈ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਨੇ ਕਾਂਗਰਸੀਆਂ ਨੇ ਮੈਨੂੰ ਬੈਠੇ ਨੂੰ ਜਿਤਾ ਦੇਣੀ ਹੈ, ਮੈਨੂੰ ਲੜਨੇ ਦਾ ਸਵਾਦ ਹੀ ਨਹੀਂ ਆਉਂਦਾ। ਇਦਾਂ ਦਾ ਮਾਹੌਲ। ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ 'ਚ ਗੜੀ ਸਾਹਿਬ ਕਹਿ ਰਹੇ ਕਿ ਕਾਂਗਰਸ ਦੀਆਂ ਚੀਕਾਂ ਸੀ ਇਟਲੀ ਸੁਣਾਉਣੀਆਂ ਨੇ, ਇਹ ਕੀ ਮਾਮਲਾ ਹੈ? ਦੇਖੋ, ਕਾਂਗਰਸ ਨੇ ਪਿਛਲੇ 5 ਸਾਲ ਪੰਜਾਬੀਆਂ ਨਾਲ ਜਿੱਡਾ ਵੱਡਾ ਧੋਖਾ ਕੀਤਾ, ਤਲਵੰਡੀ ਸਾਬੋ ਦੀ ਧਰਤੀ, ਦਸ਼ਮੇਸ਼ ਪਿਤਾ ਦੀ ਧਰਤੀ, ਗੁਟਕਾ ਸਾਹਿਬ ਮੱਥੇ ਨੂੰ ਲਾਇਆ, ਡਰਾਮਾ ਕਰਕੇ ਵੀਡੀਓ ਬਣਾਈ, ਗੁਰੂ ਸਾਹਿਬ ਅਸੀਂ ਐਂ ਕਰਾਂਗੇ, ਉਧਰ ਨੂੰ ਹੱਥ ਵੀ ਕੀਤਾ। ਔਰ ਪੰਜਾਬ ਨਾਲ ਧੋਖਾ, ਘਰ ਨੌਕਰੀ ਦੇਵਾਂਗੇ, ਕਰਜ਼ਾ ਕੁਰਕੀ ਖਤਮ ਕਰਾਂਗੇ, ਗਰੀਬਾਂ ਨੂੰ 50,000 ਤੱਕ ਦੇ ਕਰਜ਼ੇ ਮਾਫ ਕਰਾਂਗੇ, ਹਰ ਬੱਚੇ ਨੂੰ ਮੋਬਾਈਲ ਦੇਵਾਂਗੇ, ਗਰੀਬਾਂ ਨੂੰ ਕਣਕ ਦਾਲ ਦੇ ਨਾਲ ਅਸੀਂ ਘਿਓ, ਪੱਤੀ, ਚਾਹ, ਦੁੱਧ, ਪਤਾ ਨਹੀਂ ਕਿਆ ਇਹਨਾਂ ਨੇ ਨਾਅਰੇ ਲਾਏ। ਔਰ ਅੱਜ ਇਹਨਾਂ ਦਾ ਜਲੂਸ ਇੰਨਾ ਨਿਕਲਿਆ ਪਿਆ ਕਿ ਅੱਜ ਇਹਨਾਂ ਨੇ ਨਵੀਂ ਮੁੱਖ ਮੰਤਰੀ ਬਦਲਤਾ। ਹੁਣ ਕਹਿੰਦੇ ਜੀ ਉਹ ਤਾਂ ਪੁਰਾਣੇ ਮੁੱਖ ਮੰਤਰੀ ਨੇ ਲਾਏ ਸੀਗੇ, ਅਸੀਂ ਥੋੜ੍ਹੇ ਜ਼ਿੰਮੇਵਾਰ। ਮਤਲਬ ਮੈਨੂੰ ਇੱਦਾਂ ਲੱਗਦਾ ਕਿ ਪੰਜਾਬੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਦਾ ਜੇ ਬਦਲਾ ਅਸੀਂ ਨਾ ਲਿਆ ਤਾਂ ਹੋਰ ਕੌਣ ਲਏਗਾ? ਤੇ ਜਦੋਂ ਬਦਲਾ ਲੈਣਾ ਆ ਕਿਸੇ ਦੀ ਧੌਣ ਤੇ ਗੋਡਾ ਰੱਖਣਾ ਆ, ਚੀਕਾਂ ਤਾਂ ਜੀ ਨਿਕਲਣੀਆਂ ਹੀ ਆ। ਫਿਰ ਉਹ ਇਟਲੀ ਪੁੱਜਣ ਚਾਹੇ ਉਹ ਦਿੱਲੀ ਪੁੱਜਣ ਜੀ। ਚੰਨੀ ਸਾਹਿਬ ਨੂੰ CM ਬਣਾਤਾ, ਸਮਾਂ ਥੋੜਾ ਰਹਿ ਗਿਆ ਚੋਣਾਂ ਵਿੱਚ ਜੀ, ਕਾਰਡ ਉਹ ਵੀ ਦੂਜਾ ਹੀ ਖੇਡ ਗਏ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਚੰਨੀ ਸਾਹਿਬ ਨਿਤ ਦਿਨ ਨਵੇਂ ਐਲਾਨ ਕਰਦੇ ਆ, ਇੱਕ ਮਤਭੇਦ ਉਹਨਾਂ ਦੀ ਪਾਰਟੀ 'ਚ ਨਜ਼ਰ ਆਉਂਦਾ। ਸਿੱਧੂ ਸਾਹਿਬ, ਚੰਨੀ ਸਾਹਿਬ ਐਲਾਨ ਕਰਦੇ ਆ, ਸਿੱਧੂ ਇੱਧਰੋਂ ਕੱਟ ਦਿੰਦੇ ਆ। ਕੀ ਲੱਗਦਾ ਕਿ ਦਲਿਤਾਂ ਦੀ ਸਰਕਾਰ ਚੱਲ ਰਹੀ ਹੈ? ਨਹੀਂ, ਦੇਖੋ, ਪੰਜਾਬੀ ਤਾਂ ਪੰਜਾਬ ਦੇ ਹਰ ਖੂੰਜੇ 'ਚੋਂ ਖਬਰਾਂ ਨਿਕਲਣ ਲੱਗ ਪਈਆਂ ਕਿ ਇਹਦਾ ਨਾਂ ਐਲਾਨਜੀਤ ਹੈ। ਉਹ ਕਹਿੰਦੇ ਜੀ ਮੈਂ ਵਿਸ਼ਵਾਸਜੀਤ ਹਾਂ। ਫਿਰ ਦੂਜੀ ਆਵਾਜ਼ ਆਉਂਦੀ, ਕਹਿੰਦੇ ਨੇ ਵਿਸ਼ਵਾਸਘਾਤਜੀਤ ਹੈ। ਫਿਰ ਇੱਕ ਆਵਾਜ਼ ਆਉਂਦੀ ਆ ਵਿੱਚੋਂ ਹੀ ਪਾਰਟੀ ਦਿਓ, ਇਹ ਬਿਆਨ ਲਾਉਂਦਾ ਆ ਕਿ ਜੀ ਮੈਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ 4 ਮਾਰਗ ਬਣਾਵਾਂਗਾ ਆਦਮਪੁਰ। ਉਹ ਜਿਹੜੇ 60 ਐਲਾਨ ਅਖਬਾਰ 'ਚ ਕੀਤੇ ਉਹਦੇ 'ਚ ਨਾਂ ਹੀ ਕਿਤੇ ਨਹੀਂ। ਫਿਰ ਇਹ ਐਲਾਨ ਕਰਦਾ ਕਿ ਮੈਂ ਜਿਹੜਾ ਆਦਮਪੁਰ ਹਵਾਈ ਅੱਡਾ ਉਹ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਾਂਗਾ। ਜਿਹੜੇ ਅਖਬਾਰਾਂ 'ਚ 60 ਪ੍ਰਚਾਰ ਕੀਤੇ ਉਹਦੇ 'ਚ ਨਾਂ ਹੀ ਹੈ ਨਹੀਂ ਉਹਦਾ। ਫਿਰ ਇਹ ਬੰਗਿਆਂ ਦੇ ਵਿੱਚ ਆਉਂਦਾ, ਕਹਿੰਦਾ ਜੀ ਮੈਂ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਡਿਗਰੀ ਕਾਲਜ ਬਣਾਊਂਗਾ, ਔਰ ਜਿਹੜੇ 60 ਐਲਾਨ ਕੀਤੇ ਉਹਦੇ 'ਚ ਹੈ ਹੀ ਨਹੀਂ। ਔਰ ਫਿਰ ਇਹ ਕਹਿ ਦਿੰਦਾ ਮੈਂ 5.5 ਰੁਪਏ ਰੇਤਾ ਦਊਂਗਾ ਜੀ, 3 ਰੁਪਏ ਬਿਜਲੀ ਦਊਂਗਾ ਜੀ, ਪਤਾ ਨਹੀਂ ਕਿਆ ਦਊਂਗਾ ਜੀ। ਸਿੱਧੂ ਉਹ ਵਿਚਾਰਾ ਉਹ ਕਹੀ ਜਾਂਦਾ ਇਹ ਲੋਲੀਪੌਪ ਦੇ ਰਿਹਾ। ਮਤਲਬ ਕਾਂਗਰਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆਪਣੇ ਚੀਫ ਮਿਨਿਸਟਰ ਬਾਰੇ ਪੰਜਾਬੀਆਂ ਨੂੰ ਅਗਾਹ ਕਰ ਰਿਹਾ ਕਿ ਸਾਡੇ ਵਾਲਾ CM ਲੋਲੀਪੌਪ ਦੇ ਰਿਹਾ। ਇੰਨਾ ਮਾੜਾ ਹਾਲ ਪੰਜਾਬ ਦਾ ਕਦੀ ਨਹੀਂ ਹੋਇਆ ਜਿੰਨਾ ਰਾਜਨੀਤੀ ਦਾ ਪੱਧਰ ਕਾਂਗਰਸ ਨੇ ਪਜਾ ਦਿੱਤਾ। ਮੋਰੈਲਿਟੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਔਰ
ਔਰ ਚੰਨੀ ਸਾਹਿਬ ਇੰਨੇ ਬੌਖਲਾਏ ਹੋਏ ਆ ਬਸਪਾ ਦੀ ਤਾਕਤ ਤੋਂ ਕਿ ਬਣਾਇਆ ਤਾਂ ਪੰਜਾਬ ਦਾ ਮੁੱਖ ਮੰਤਰੀ ਆ, ਲੇਕਿਨ ਘੁੰਮ ਇਹ ਇਦਾਂ ਰਿਹਾ ਪੰਜਾਬ 'ਚ ਕਿ ਦੁਆਬੇ ਦਾ ਹੀ ਮੁੱਖ ਮੰਤਰੀ ਆ। ਇੱਕ ਸੋਮਵਾਰ ਚੜ੍ਹਦਾ ਅੱਖਾਂ ਉੱਖਾਂ ਮਲ ਕੇ ਆਦਮਪੁਰ ਪੁੱਜ ਜਾਂਦਾ ਸੋਮਵਾਰ ਨੂੰ, ਮੰਗਲਵਾਰ ਨੂੰ ਬਲਾਚੌਰ ਹੁੰਦਾ, ਔਰ ਬੁੱਧਵਾਰ ਨੂੰ ਫਗਵਾੜੇ ਆ ਜਾਂਦਾ, ਤੇ ਵੀਰਵਾਰ ਨੂੰ ਬੰਗੀ, ਔਰ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਹੁੰਦਾ, ਔਰ ਸ਼ਨੀਵਾਰ ਨੂੰ ਕਪੂਰਥਲੇ, ਐਤਵਾਰ ਨੂੰ ਸੋਚਦਾ ਹੁਣ ਕਿੱਥੇ ਜਾਵਾਂ, ਸੋਮਵਾਰ ਨੂੰ ਫਿਰ ਆਦਮਪੁਰ ਪੁੱਜ ਜਾਂਦਾ। ਮਤਲਬ ਔਰ ਉੱਥੇ ਬੋਲ ਕੀ ਰਿਹਾ ਦੁਆਬੇ 'ਚ ਆ ਕੇ ਕਿ ਤੁਸੀਂ ਚੰਨੀ ਨੂੰ ਹੁਣ ਬਹੁਜਨ ਸਮਾਜ ਹੀ ਸਮਝੋ। ਮੇਰੀ ਕਾਂਗਰਸ ਦੀ ਸਰਕਾਰ ਨੂੰ ਬਿਆਨ ਲੱਗਿਆ ਕਿ ਬਹੁਜਨ ਸਮਾਜ ਦੀ ਸਰਕਾਰ ਮੰਨੋ। ਵੀ ਪੁੱਛਣੇ ਵਾਲਾ ਹੋਵੇ ਵੀ ਮੁੱਖ ਮੰਤਰੀ ਸਾਹਿਬ ਇਹ ਹਾਥੀ ਵਾਲੇ ਕਿੱਦਾਂ ਮੰਨ ਲੈਣ ਤੈਨੂੰ? ਬਹੁਜਨ ਸਮਾਜ ਦੀ ਸਰਕਾਰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਬਣਾਈ ਉੱਤਰ ਪ੍ਰਦੇਸ਼ 'ਚ, 4 ਵਾਰੀ ਬਣਾਈ, ਔਰ ਜੋ ਕੰਮ ਭੈਣ ਕੁਮਾਰੀ ਮਾਇਆਵਤੀ ਜੀ ਨੇ ਕੀਤੇ ਤੁਸੀਂ ਉਹਦਾ ਪੂਣੀ ਵਿੱਚੋਂ ਗੋਲੇ ਵਿੱਚੋਂ ਇੱਕ ਪੂਣੀ ਨਹੀਂ ਕੱਤੀ ਗਈ ਤੁਹਾਡੇ ਤੋਂ। ਬਹੁਜਨ ਸਮਾਜ ਦੀਆਂ ਮੰਗਾਂ ਕਿਆ ਨੇ, ਡਿਮਾਂਡਾਂ ਕਿਆ ਨੇ? ਇਸ ਕਰਕੇ ਚੰਨੀ ਸਾਹਿਬ ਦਾ ਜਿਹੜਾ ਉਹ ਗਵਾਰ ਜਿਸ ਤਰੀਕੇ ਨਾਲ ਹੀਲੀਅਮ ਗੈਸ ਨਾਲ ਉੱਪਰ ਨੂੰ ਚੜਿਆ ਸੀਗਾ, ਉਹ ਰਬੜ ਖੁੱਲ ਗਈ ਆ ਜੀ। ਹੁਣ ਤਾਂ ਇਹ ਫੁੱਸ ਕਰਦਾ ਘੁੰਮਦਾ ਫਿਰਦਾ, ਪਤਾ ਨਹੀਂ ਕਿੱਦਾਂ ਡਿੱਗ ਪੈਣਾ। 99 ਦਿਨ ਦਾ ਕੱਚਾ ਮੁੱਖ ਮੰਤਰੀ, 99 ਦਿਨ ਦਾ, ਆਜ਼ਾਦੀ ਦੇ 74 ਸਾਲਾਂ ਬਾਅਦ ਬਸਪਾ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਦੀ ਸ਼ਤਰੰਜੀ ਚਾਲ ਚੱਕਰਵਿਊਹ ਵਿੱਚ ਫਸੀ ਹੋਈ ਕਾਂਗਰਸ ਨੂੰ ਲੱਗਿਆ ਕਿ ਸ਼ਾਇਦ ਇਹ ਚੰਨੀ ਅਭਿਮਨਿਊ ਬਣ ਜਾਏਗਾ। ਜੇ ਸੀਐਮ ਫੇਸ ਆਉਂਦੇ ਨੇ ਚੰਨੀ ਸਾਹਿਬ, ਤਾਂ ਕੀ ਲੱਗਦਾ ਹੈ 2022 ਦੀਆਂ ਚੋਣਾਂ 'ਚ ਸਿੱਧੂ ਤੇ ਚੰਨੀ ਦੀ ਜੋੜੀ ਕਮਾਲ ਦਿਖਾਊ? ਦੇਖੋ ਇਹ ਤਾਂ ਕਾਂਗਰਸੀਆਂ ਨੂੰ ਪੁੱਛਣਾ ਪਏਗਾ। ਜਦੋਂ ਜਾਖੜ ਸਾਹਿਬ ਨੂੰ ਇਹ ਸਵਾਲ ਪੁੱਛਿਆ ਗਿਆ, ਉਹ ਕਹਿੰਦਾ ਇਹ ਫੈਸਲਾ ਹਾਈ ਕਮਾਂਡ ਕਰੇਗੀ। ਜਦੋਂ ਸਿੱਧੂ ਸਾਹਿਬ ਨੂੰ ਪੁੱਛਿਆ ਗਿਆ, ਉਹ ਕਹਿੰਦਾ ਫੈਸਲਾ ਹਾਈ ਕਮਾਂਡ ਕਰੇਗੀ, ਮੰਮੀ ਜੀ ਕਰੇਗੀ। ਮਤਲਬ ਚੰਨੀ ਸਾਹਿਬ ਤਾਂ 99 ਦਿਨ ਲਈ ਆ ਜੀ। ਇਹੀ ਤਜਰਬਾ ਕਾਂਗਰਸ ਨੇ ਮਹਾਰਾਸ਼ਟਰ ਵਿੱਚ ਕੀਤਾ ਸੀ। ਜਦੋਂ ਬਿਲਾਸਰਾਓ ਦੇਸ਼ਮੁਖ ਜੀ ਮੈਨੂੰ ਲੱਗਦਾ ਚੀਫ ਮਿਨਿਸਟਰ ਸੀਗੇ, ਔਰ ਉਹਦਾ ਦੁਰਗਤੀ ਕੈਪਟਨ ਸਾਹਿਬ ਵਾਂਗੂ ਹੋਈ, ਤਾਂ ਉਹਨਾਂ ਨੇ ਇੱਕ ਦਲਿਤ ਚਿਹਰਾ ਅੰਬੇਡਕਰ ਦੀ ਜਾਤੀ ਦਾ, ਮਹਾਰ ਬਰਾਦਰੀ, ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਜੀ 5 ਮਹੀਨਿਆਂ ਲਈ ਮੁੱਖ ਮੰਤਰੀ ਲਾਤੇ। ਇਹ ਤਾਂ ਲੱਗਿਆ ਹੀ 3 ਮਹੀਨਿਆਂ ਲਈ ਆ, 99 ਦਿਨਾਂ ਲਈ ਕੱਚਾ ਮੁੱਖ ਮੰਤਰੀ। ਔਰ ਸੁਸ਼ੀਲ ਕੁਮਾਰ ਸ਼ਿੰਦੇ ਜੀ ਨੇ ਕੰਮ ਕੀਤਾ, ਮਿਹਨਤ ਕੀਤਾ, ਕੁਛ ਕੀਤਾ, ਉਹ ਸਰਕਾਰ ਰਿਪੀਟ ਹੋ ਗਈ ਕਾਂਗਰਸ ਦੀ। ਜਦੋਂ ਰਿਪੀਟ ਹੋ ਗਈ ਤਾਂ ਉਹਨਾਂ ਨੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਪਾਸੇ ਭੇਜ ਦਿੱਤਾ ਸੈਂਟਰ ਦੇ ਵਿੱਚ, ਤੇ ਇਹ ਮੁੜ ਕੇ ਬਿਲਾਸਰਾਓ ਦੇਸ਼ ਰੱਖ ਨੂੰ। ਸੁਖਬੀਰ ਬਾਦਲ ਕਹਿੰਦੇ ਜਿਹੜੇ ਐਲਾਨ ਮੈਂ ਕਰਦਾ ਉਹ ਕੇਜਰੀਵਾਲ ਕਾਪੀ ਕਰਦੇ ਆ। ਕੇਜਰੀਵਾਲ ਕਹਿੰਦੇ ਜੋ ਐਲਾਨ ਅਸੀਂ ਕਰਦੇ ਆ ਉਹ ਨਕਲੀ ਕੇਜਰੀਵਾਲ ਚੰਨੀ ਸਾਹਿਬ ਬਣੇ ਹੋਏ ਆ। ਦੇਖੋ ਬੇਨਤੀ ਇਦਾਂ ਆ, ਜਦੋਂ ਅਸੀਂ 13 ਸੂਤਰ ਦਿੱਤੇ, ਅਸੀਂ ਉਹਦੇ 'ਚ ਲਿਖਿਆ 2000 ਰੁਪਈਆ ਕਣਕ ਦਾਲ ਦੀ ਜਿਹੜੀ ਬੈਨੀਫੀਸ਼ਰੀ ਔਰਤ ਹੈ, ਕਿਉਂਕਿ ਉਹ ਕਮਜ਼ੋਰ ਹੈ, ਉਹਨੂੰ ਸੋਸ਼ਲ ਸਿਕਿਉਰਿਟੀ ਦੀ ਜ਼ਰੂਰਤ ਹੈ, ਉਹਦੇ ਖਾਤੇ 'ਚ 2000 ਰੁਪਈਆ ਹਰ ਮਹੀਨੇ ਪਾਵਾਂਗੇ, ਮਾਤਾ ਖੇਵੀ ਜੀ ਲੰਗਰ ਯੋਜਨਾ। ਤੇ ਕੇਜਰੀਵਾਲ ਸਾਹਿਬ ਆ ਗਏ, ਉਹ ਕਹਿੰਦੇ ਜੀ ਅਸੀਂ 1000 ਰੁਪਈਆ ਹਰ ਮਹੀਨੇ ਔਰਤ ਦੇ ਖਾਤੇ 'ਚ ਪਾਵਾਂਗੇ। ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਕੈਪਟਨ ਸਾਹਿਬ ਦੀ ਵਾਈਫ ਸਾਹਿਬ ਮੌਜੂਦਾ ਮੈਂਬਰ ਪਾਰਲੀਮੈਂਟ, ਉਹਦੀ ਵਾਈਫ ਦੇ ਉਹ ਪਰਨੀਤ ਕੌਰ ਜੀ ਦੇ ਵੀ ਖਾਤੇ 'ਚ 1000 ਰੁਪਈਆ ਕੇਜਰੀਵਾਲ ਸਾਹਿਬ ਪਾਇਆ ਕਰੂਗੇ। ਤੇ ਸੋਮ ਪ੍ਰਕਾਸ਼ ਦੀ ਘਰ ਵਾਲੀ ਅਨੀਤਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਆ, ਉਹਦੇ ਖਾਤੇ 'ਚ ਵੀ 1000 ਰੁਪਈਆ ਆਊਗਾ। ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵਾਈਫ ਹੈ, ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ, ਉਹਦੇ ਖਾਤੇ 'ਚ ਵੀ 1000 ਰੁਪਈਆ। ਵੀ ਇਹ ਸਕੀਮਾਂ ਕਿਆ ਪੈਸਾ ਜਾੜਨ ਲਈ ਹੈ ਪੰਜਾਬ ਦਾ? ਪੈਸਾ ਕਿੱਥੇ ਜਾਣਾ ਚਾਹੀਦਾ, ਕਿੱਥੇ ਨਹੀਂ ਜਾਣਾ ਚਾਹੀਦਾ? ਔਰ ਤਰਕ ਕਿਆ ਦਿੰਦਾ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਜੀ? ਕਹਿੰਦੇ ਜੀ ਮੈਂ ਬਹੂ, ਬੇਟੀ ਔਰ ਮਾਂ ਤਿੰਨਾਂ ਦੇ ਖਾਤਿਆਂ 'ਚ 1000 ਪਾਉਣਾ। ਕਹਿੰਦਾ ਬੇਟੀ ਦੇ ਖਾਤੇ ਤਾਂ ਇਸ ਕਰਕੇ ਪਾਉਣਾ ਕਿ ਹੁਣ ਉਹ ਡਿਗਰੀ ਕਰ ਸਕੇਗੀ, ਪੜ੍ਹ ਸਕੇਗੀ। ਪੁੱਛਣੇ ਵਾਲਾ ਹੋਵੇ ਡਿਗਰੀ ਤਾਂ ਡਾਕਟਰ, ਵਕੀਲ, ਇੰਜੀਨੀਅਰ ਦੀ ਹੁੰਦੀ ਹੈ। ਕਿਹੜਾ ਕਾਲਜ ਹੈ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਜਾਂ ਦਿੱਲੀ ਵਿੱਚ ਜਿਹੜਾ 1000 ਰੁਪਏ ਨਾਲ ਡਿਗਰੀ ਕਰਾਉਂਦਾ ਹੋਵੇ? ਫਿਰ ਉਹ ਕਹਿੰਦਾ ਮੈਂ ਬਹੂ ਨੂੰ ਇਸ ਕਰਕੇ ਦੇਣਾ 1000 ਰੁਪਈਆ, ਵਿਆਹੀਓ ਨੂੰ, ਜਿਹੜੀ ਧੀ ਭੈਣ ਹੈ, ਕਿ ਉਹਦੇ ਘਰ ਵਾਲੇ ਨੇ ਕਈ ਸਾਲਾਂ ਤੋਂ ਉਹਨੂੰ ਸੂਟ ਨਹੀਂ ਲੈ ਕੇ ਦਿੱਤਾ। ਪੁੱਛਣੇ ਵਾਲਾ ਹੋਵੇ ਪੰਜਾਬ ਇੰਨਾ ਮਾੜੇ ਹਾਲਾਤਾਂ 'ਚ ਤਾਂ ਹੈ ਨਹੀਂ। ਫਿਰ ਕਹਿੰਦਾ ਮਾਂ ਨੂੰ ਮੈਂ ਇਸ ਕਰਕੇ 1000 ਰੁਪਈਆ ਦੇਣਾ ਕਿ ਉਹਦੀ ਜਿਹੜੀ ਵਿਆਹੀਓ ਬੇਟੀ ਆ ਉਹ ਜਦੋਂ ਪੇਕੇ ਆਉਂਦੀ ਆ ਤਾਂ ਮਾਂ 10 ਰੁਪਈਏ ਵੀ ਹੱਥ ਤੇ ਰੱਖ ਨਹੀਂ ਸਕਦੀ। ਕਹਿੰਦਾ ਮੈਂ ਚਾਹੁੰਦਾ ਹੁਣ ਉਹ 1000 ਰੱਖਿਆ ਕਰੇ। ਪੁੱਛਣੇ ਵਾਲਾ ਹੋਵੇ ਪੰਜਾਬ ਦੀਆਂ ਮਾਵਾਂ ਤਾਂ ਆਪਣੀ ਪੇਟੀ ਦਾ ਦਾਜ 20 ਸਾਲ ਜੋੜ ਕੇ ਰੱਖਦੀਆਂ, ਸਾਂਭ ਕੇ ਰੱਖਦੀਆਂ। ਜਦੋਂ ਬੇਟੀ ਜਵਾਨ ਹੁੰਦੀ ਤੇ ਆਪਣੀ ਕੁੜੀ ਨੂੰ ਕਹਿੰਦੀਆਂ ਪੇਟੀ ਕੋ ਇਹ 'ਚੋਂ ਜੋ ਚਾਹੀਦਾ ਆਪਣੀ ਪੇਟੀ 'ਚ ਰੱਖ ਲਾ। ਤੇ ਜਦੋਂ ਉਹੀ ਮਾਂ ਮਰਨ ਲੱਗਦੀ ਆ, ਰਹਿੰਦੀ ਮੁੰਡਿਆਂ ਨਾਲ ਹੁੰਦੀ ਆ, ਤੇ ਮਰਨ ਲੱਗੀ ਆਪਣੀ ਬਹੂਆਂ ਨੂੰ ਕਹਿੰਦੀ ਹੁੰਦੀ ਆ ਜਿਹੜੀ ਮੇਰੀ ਪੇਟੀ ਆ ਇਹ ਮੇਰੀ ਧੀ ਰਾਣੀ ਨੂੰ ਦੇ ਦਿਓ। ਇਹ ਕਹਿੰਦਾ ਮੈਂ ਉਹ ਬੀਬੀਆਂ ਨੂੰ 1000 ਰੁਪਈਆ ਦੇਣਾ।
ਮਤਲਬ ਇਹ ਸਭ ਜਿਹੜਾ ਇਹ ਵੋਟ ਦੇ ਸ਼ਿਕਾਰੀ ਆਏਗਾ ਦਾਣਾ ਡਾਲੇਗਾ ਦਾਣਾ ਚੁਗਣਾ ਨਹੀਂ ਜਾਲ ਮੇ ਫਸਣਾ ਨਹੀਂ। ਪੰਜਾਬ ਨੂੰ ਅੱਜ ਲੋੜ ਸਿਹਤ ਸਿੱਖਿਆ ਰੋਜ਼ਗਾਰ, ਪੰਜਾਬੀਆਂ ਦਾ ਰੋਜ਼ਗਾਰ ਡਿਵੈਲਪ ਕਰਨ ਦੀ ਜ਼ਰੂਰਤ ਹੈ। ਇੱਥੇ ਕਿੱਤਾ ਮੁਖੀ ਸੋਚ ਡਿਵੈਲਪ ਕਰਨ ਦੀ ਜ਼ਰੂਰਤ ਹੈ ਤੇ ਇਹ ਜਿਹੜੀਆਂ ਸਕੂਮਾਂ ਨੇ ਉਹ ਪੰਜਾਬੀ ਤਾਂ ਖੁਦ ਉਹ ਤਾਂ ਕਹਿੰਦੇ ਅਸੀਂ ਦਿੱਲੀ ਮਾਡਲ ਜਿਹੜਾ ਹੈ ਪੰਜਾਬ 'ਚ ਲਾਗੂ ਕਰਨਾ ਹੈ। ਦੇਖੋ ਦਿੱਲੀ ਮਾਡਲ ਦਾ ਉਸੇ ਦਿਨ ਜਲੂਸ ਔਰਤਾਂ ਨੇ ਕੱਢ ਦਿੱਤਾ ਜਿਹੜਾ ਇਹਨਾਂ ਨੇ 1000 ਰੁਪਏ ਦਾ ਐਲਾਨ ਕੀਤਾ ਵੀ ਇੱਥੇ ਕਿਉਂ ਨਹੀਂ ਪਾਇਆ। ਇਹਨ ਕਿਹਾ ਕਿ ਮੈਂ ਟੀਚਰਾਂ ਦੀ ਗਰੰਟੀ ਦਿੱਤੀ, ਅਧਿਆਪਕ ਹੁਣ ਵਿਦੇਸ਼ ਪੜ੍ਹ ਕੇ ਉੱਥੋਂ ਸੈਰ ਕਰਾਊਂਗਾ। ਮਤਲਬ ਸ਼ਰੇਆਮ ਮਤਲਬ ਫਿਰ ਕਹਿੰਦਾ ਅਧਿਆਪਕ ਮੈਂ ਸਾਰੇ ਹੀ ਪੱਕੇ ਕਰਾਂਗਾ। ਅੱਜ ਮੈਨੂੰ ਲੱਗਦਾ ਫੇਸਬੁੱਕ ਤੇ ਅਪਲੋਡ ਕੀਤੀ ਟੀਚਰਾਂ ਵਾਲੀ ਕਿ ਪੜ੍ਹੇ ਲਿਖਿਆ ਨੂੰ ਉੱਥੇ ਦੇ ਹਜ਼ਾਰਾਂ ਟੀਚਰ ਅੱਜ ਵੀ ਕੱਚੇ ਨੇ। ਇਹ ਕਹਿੰਦਾ ਜੀ ਕੱਚੇ ਹੀ ਆ ਪਰ ਮੈਂ ਉਹਨਾਂ ਨੂੰ ਤਨਖਾਹ 36000 ਦੇ ਰਿਹਾ। ਕੱਚੇ ਤਾਂ ਕੱਚੇ ਹੀ ਆ ਜੀ। ਜਦੋਂ ਇਹਨਾਂ ਰਿਟਾਇਰ ਹੋ ਜਾਣਾ ਕਿਸੇ ਨੇ 56 ਕਿਸੇ ਨੇ 58 ਕਿਸੇ ਨੇ 60 ਸੋਸ਼ਲ ਸਿਕਿਉਰਿਟੀ ਕਿਆ ਉਹਦੀ ਰਿਟਾਇਰ ਹੋ ਗਿਆ ਕਿ ਜ਼ੀਰੋ। ਇੱਦਾਂ ਹੀ ਪੰਜਾਬੀਆਂ ਨਾਲ ਇਹ ਕਰਨਾ ਚਾਹੁੰਦਾ ਮਹੱਲਾ ਕਲੀਨਿਕ ਜੇ ਕਲੀਨਿਕ ਉਹ ਕਲੀਨਿਕ। ਲੋੜ ਹੈ ਪੰਜਾਬੀਆਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਲੇਕਿਨ ਉਹ ਕਿਸੇ ਨੀਤੀ ਚ ਆਵੇ ਜੀ ਕਿਸੇ ਪਾਲਿਸੀ ਚ ਆਵੇ ਜੀ। ਇੱਕ ਵੋਟ ਜਰੀਆ ਬਣਾ ਕੇ ਕਿਸੇ ਵੀ ਪਾਰਟੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਗੱਲ ਕਰਦੇ ਸੁਖਬੀਰ ਬਾਦਲ ਸਾਹਿਬ ਆਪ ਸੀਐਮ ਫੇਸ ਆ ਰਹੇ ਨੇ, 2 ਉਪ ਮੁੱਖ ਮੰਤਰੀ ਹੋਣੇ ਵੀ ਜ਼ਰੂਰੀ ਹੈ। ਤੁਹਾਡੀ ਪਾਰਟੀ ਕਿੰਨੀ ਕੁ ਨੁਮਾਇੰਦਗੀ ਕਰਦੀ ਹੈ? ਦੇਖੋ ਸਾਡੀ ਪਾਰਟੀ ਦਾ ਸਾਰਾ ਹੀ ਫੈਸਲਾ ਸਾਡੀ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਕਰਦੇ। ਜੋ ਫੈਸਲਾ ਕਰਨਗੇ ਜੀ ਆਪਾਂ ਉਹ ਤੇ ਫੁੱਲ ਚੜਾਵਾਂਗੇ। ਐ ਲੱਗਦਾ ਫਿਰ ਜਦੋਂ ਅਕਾਲੀ ਦਲ ਬਸਪਾ ਦੀ ਸਰਕਾਰ ਆਉਣੀ ਹੈ ਪੰਜਾਬ 'ਚੋਂ ਜਿਹੜੇ ਧਰਨੇ ਲੱਗਦੇ ਖਤਮ ਹੋ ਜਾਣਗੇ। ਦੇਖੋ ਅਸੀਂ ਇਹ ਬੇਨਤੀ ਕਰਦੇ ਹਾਂ ਧਰਨੇ ਉਦੋਂ ਹੀ ਲੱਗਦੇ ਆ ਜਦੋਂ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਸਹੂਲਤ ਉਹਨਾਂ ਦੇ ਦੁਆਰ ਤੇ ਪੁੱਜੇ, ਉਹਨਾਂ ਨੂੰ ਇਸ ਗੱਲ ਦੀ ਨੌਬਤ ਨਾ ਆਵੇ ਧਰਨੇ ਲਾਉਣੇ ਪੈਣ। ਔਰ ਧਰਨੇ ਲਾਉਣ ਦੀ ਸਮੱਸਿਆ ਸੰਤੋਖਪੁਰੇ ਧਰਨਾ ਲੱਗਿਆ, ਕੱਲ ਮੈਂ ਵੀ ਬੈਠਿਆ ਸੜਕ ਤੇ, ਲੋਕ ਬੈਠੇ ਸੀ, ਮੈਨੂੰ ਬੈਠਣਾ ਪਿਆ, ਰੋਸ ਮਾਰਚ ਸੀਗਾ, ਪ੍ਰਦਰਸ਼ਨ ਕੀਤਾ। ਪਾਣੀ ਗੰਦਾ ਫਗਵਾੜੇ ਸ਼ਹਿਰ ਦੇ ਵਿੱਚ ਪਿਛਲੇ 1 ਮਹੀਨੇ ਪਹਿਲਾਂ 8 ਮਰੇ 1000 ਬਿਮਾਰ, 8 ਮਰੇ 1000 ਬਿਮਾਰ। ਫਗਵਾੜੇ 'ਚ ਖਬਰ ਲੱਗੀ 2 ਮਰੇ 150 ਬਿਮਾਰ। ਤੇ ਮੈਂ ਜਦੋਂ ਹਸਪਤਾਲ ਗਿਆ ਸਿਵਲ ਹਸਪਤਾਲ ਇੱਕ ਵੀ ਬਿਮਾਰ ਨਹੀਂ ਲੱਭਿਆ। ਮੈਂ ਪੁੱਛਿਆ ਕਰਮਚਾਰੀਆਂ ਅਧਿਕਾਰੀਆਂ ਨੂੰ ਉਹ ਬਿਮਾਰ ਕਿੱਥੇ ਆ, ਕਹਿੰਦੇ ਜੀ ਆ ਚੰਡੀਗੜ੍ਹ ਰੈਫਰ ਕਰਤੇ, ਆ ਜਲੰਧਰ ਰੈਫਰ ਕਰਤੇ ਜੀ ਕੁਝ ਪ੍ਰਾਈਵੇਟ ਹਸਪਤਾਲ। ਮਤਲਬ ਹਸਪਤਾਲ ਵੀ ਸਿਹਤ ਸਹੂਲਤਾਂ ਦੇਣ ਤੋਂ ਬਿਮਾਰ, ਹਸਪਤਾਲ ਖੁਦ ਬਿਮਾਰ। ਔਰ ਅੱਜ ਉੱਥੇ ਹਾਲਾਤ ਕੀ ਆ, ਅੱਜ 1 ਮਹੀਨੇ 'ਚ ਦੂਜਾ ਮਹੱਲਾ ਉੱਥੇ ਗੰਦਾ ਪਾਣੀ ਕਾਲਾ ਪੀਲਾ, ਮਤਲਬ ਜਿਹਨੂੰ ਪੀਣਾ ਤਾਂ ਛੱਡੋ ਹੱਥ ਧੋਣਾ ਤਾਂ ਛੱਡੋ, ਇਹਨਾਂ ਹੱਥ ਵੀ ਧੋਏ ਜਾ ਸਕਣ ਬਈ ਉਹਨਾਂ ਹੋਰ ਕੋਈ ਸਾਫ ਸਫਾਈ ਵੀ ਹੋ ਨਹੀਂ ਸਕਦੀ। ਸਰਕਾਰ ਨੇ ਟੈਂਕਰ ਭੇਜਿਆ ਉਹ ਮਹਾ ਗੰਦਾ। ਆ ਤੁਹਾਡੀ ਪੀਟੀਸੀ ਫਾਸਟ ਵੇ ਤੇ ਮੈਨੂੰ ਲੱਗਦਾ ਖਬਰ ਚੱਲ ਰਹੀ ਆ ਉਹ। ਤੇ ਧਰਨੇ ਲਾਉਣੇ ਪੈਣੇ ਜੀ, ਜੇ ਲੋਕਾਂ ਤੋਂ ਸਹੂਲਤ ਨਹੀਂ ਦੋਗੇ ਲੋਕ ਆਉਣਗੇ ਧਰਨਿਆਂ ਤੇ। ਅਸੀਂ ਲੋਕਾਂ ਨੂੰ ਇਹ ਭਰੋਸਾ ਦਵਾਨੇ ਤੁਹਾਡੀਆਂ ਸਹੂਲਤਾਂ ਦੇ ਚੌਕੀਦਾਰ ਅਸੀਂ ਬਣਨਾ ਚਾਹੁੰਦੇ ਹਾਂ, ਅਸੀਂ ਬਣਨਾ ਚਾਹੁੰਦੇ ਤੁਹਾਡੇ ਰਾਖੇ, ਕਿਉਂਕਿ ਸਰਕਾਰ ਹੈ, ਸਰਕਾਰ ਰਾਜੇ ਸੀ ਮੁਕੱਦਮ ਕੁੱਤੇ, ਪ੍ਰਬੰਧ ਬਦਲਣਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਬਾਬੇ ਨਾਨਕ ਦਾ ਸੁਪਨਾ ਕੋਈ ਲਾਇਕ ਲੋਕ ਤਖਤ ਤੇ ਬੈਠਣ ਜਿਹੜੇ ਲੋਕਾਂ ਦੇ ਦੁੱਖ ਦਰਦ ਕੱਟ ਸਕਣ, ਬੇਗਮਪੁਰਾ ਵਸਾ ਸਕਣ। ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖਾਂ ਤੋਂ ਨਹੀਂ ਦਿਠਾਓ। ਸੋ ਵਿਸ਼ਵਾਸ ਲੋਕ ਕਰਨਗੇ ਜੇਕਰ ਤੁਸੀਂ ਇੱਕ ਸੱਚੇ ਮਨ ਦੇ ਨਾਲ ਉਤਰਦੇ ਹੋ। ਲੱਗਦਾ ਹੈ ਕਿ ਲੋਕਾਂ ਨੂੰ ਕਿ ਹੁਣ ਅਕਾਲੀ ਦਲ ਔਰ ਬਸਪਾ ਨੂੰ ਜਿਹੜਾ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਹੁਣ ਇੱਥੋਂ ਟਾਟਾ ਬਾਏ ਬਾਏ ਜੇ ਕਰੇ ਤਾਂ ਇੰਨੇ ਵਧੀਆ ਤੁਸੀਂ ਜਿਹੜੇ ਲੈ ਕੇ ਆ ਰਹੇ ਹੋ, ਇੱਕ ਭਰੋਸਾ ਦੇ ਰਹੇ ਹੋ ਜਨਤਾ ਨੂੰ, ਭਰੋਸਾ ਜਿਤਾਵੇ ਜਨਤਾ। ਇਹ ਤਾਂ ਹੁਣ 2022 ਦੀਆਂ ਚੋਣਾਂ ਦੱਸਣਗੀਆਂ, ਪਰ ਫਿਲਹਾਲ ਇੱਥੋਂ ਆਪਣਾ ਜਿਹੜਾ ਸਮਾਂ ਅੱਗੇ ਆਗਿਆ ਨਹੀਂ ਦਿੰਦਾ। ਤੁਹਾਡੇ ਤੋਂ ਅਸੀਂ ਇੱਥੇ ਹੀ ਸਮਾਪਤੀ ਚਾਹਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕੀਤੀ ਹੈ, ਧੰਨਵਾਦ ਜੀ। ਸੋ ਬਿਲਕੁਲ ਜੀ ਸਨ ਸਾਡੇ ਨਾਲ ਜਸਬੀਰ ਸਿੰਘ ਗੜੀ। ਔਰ ਦੇਖਣਾ ਇਹ ਹੋਵੇਗਾ ਕਿ 2022 ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ। ਵੱਡੇ ਵੱਡੇ ਚੋਣ ਵਾਅਦੇ ਤਾਂ ਕੀਤੇ ਜਾ ਰਹੇ ਨੇ। ਅਕਾਲੀ ਦਲ ਬਸਪਾ ਉਤਰਿਆ ਹੋਇਆ ਮੈਦਾਨ ਦੇ ਵਿੱਚ, ਬਹੁਤ ਲੋਕਾਂ ਦੀ ਆਵਾਜ਼ ਨੂੰ ਲੈ ਕੇ ਉੱਚੀ ਆਵਾਜ਼ ਕਰ ਰਿਹਾ ਕਿ ਅਸੀਂ ਤੁਹਾਡੀ ਜਿਹੜੀ ਆਵਾਜ਼ ਹੈ, ਜਿਹੜੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਹੈ, ਉੱਪਰ ਤੱਕ ਪਹੁੰਚਾਵਾਂਗੇ। ਹਰ ਘਰ ਦੇ ਵਿੱਚ ਜਿਹੜਾ ਰੋਜ਼ਗਾਰ ਵੀ ਦੇਵਾਂਗੇ ਤੇ ਧਰਨੇ ਜਿਹੜੇ ਆ ਖਤਮ ਹੋਣਗੇ। ਸੋ ਦੇਖਣਾ ਇਹ ਹੋਵੇਗਾ ਕਿ ਕਿਤੇ ਲੋਕ ਵਿਸ਼ਵਾਸ ਕਰਦੇ ਨੇ, ਕੌਣ ਪੰਜਾਬ ਦਾ ਨਵਾਂ ਸੀਐਮ ਬਣਦਾ, ਕਿਹੜੀ ਪਾਰਟੀ ਆਉਂਦੀ ਹੈ, ਕਿਹਦੇ ਸਿਰ ਤੇ ਪੰਜਾਬ ਦਾ ਜਿਹੜਾ ਤਾਜ ਸੱਜਦਾ ਹੈ। ਫਿਲਹਾਲ 2022 ਦੀਆਂ ਚੋਣਾਂ ਨਜ਼ਦੀਕ ਨੇ, ਦੇਖਣਾ ਬਾਕੀ ਹੋਵੇਗਾ। ਹੁਣ ਤੁਹਾਡੇ ਤੋਂ ਲਵਾਂਗੇ ਆਗਿਆ। ਸਤਿ ਸ਼੍ਰੀ ਅਕਾਲ ਜੀ।